ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨਾ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨਾ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੀ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਗਾਸਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ 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 ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਦੋਹਰਾ ਪੰਜ ਤੁਫੰਗਨ ਕੀਰਤੜਾਕਨਾ ਅੰਤਰ ਛੋਰਤ ਹੈ ਡਰ ਧਾਰਾ ਹੋਏ ਸੁਚੇਤ ਇਸ਼ਨਾਨ ਕਰੇ ਕਿਨਾ ਕੇਸ ਸੁਧਾਰ ਬੰਦੀ ਦਸਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਚੋਂ ਬਾਹਰ ਆ ਕੇ ਪਹਾੜੀਆਂ ਨਾਲ ਜੰਗ ਕੀਤਾ, ਤੁਰਕਾਂ ਨਾਲ ਜੰਗ ਕੀਤਾ, ਸਭ ਨੂੰ ਹਰਾ ਦਿੱਤਾ ਤੇ ਹਲੇ ਸਤਿਗੁਰੂ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਘੁੰਮ ਰਹੇ ਨੇ। ਪਿਛਲੇ ਦਿਨੀ ਵਿਸ਼ਾਲੀ ਸ਼ਹਿਰ ਤੇ ਭੰਬੋਰ ਸ਼ਹਿਰ ਦੇ ਰਾਜੇ ਆਪਣੇ ਦੇਸ਼ਾਂ ਵਿੱਚ ਲੈ ਗਏ, ਉੱਥੇ ਪਾਤਸ਼ਾਹ ਦੇ ਚਰਨ ਪਾਏ ਤੇ ਜਦੋਂ ਭੰਬੋਰ ਸ਼ਹਿਰ ਤੋਂ ਬਾਹਰ ਆਏ ਇੱਕ ਦਿਨ ਸ਼ਿਕਾਰ ਖੇਡਣ ਗਏ ਤਾਂ ਸੰਗਤਾਂ ਨੇ ਦੱਸਿਆ ਮਿਲਣ ਵਾਲੀਆਂ ਨੇ ਕਿ ਮਹਾਰਾਜ ਸਾਨੂੰ ਕਲਮੋਟ ਦੇ ਲੋਕਾਂ ਨੇ ਲੁੱਟ ਲਿਆ। ਇਸ ਸਤਿਗੁਰਾਂ ਨੇ ਸ਼ਿਕਾਰ ਖੇਡਣ ਦੇ ਬਹਾਨੇ ਉਸ ਪਾਸੇ ਜਾਣਾ ਕੀਤਾ ਤੇ ਉਹਨਾਂ ਗੁਜਰਾ ਰੰਗੜਾ ਨੂੰ ਸਬਕ ਸਿਖਾਉਣਾ ਕੀਤਾ। ਚੰਗੀ ਮਾਰ ਪਈ ਉਹਨਾਂ ਨੂੰ ਜਿਨ੍ਹਾਂ ਨੇ ਸੰਗਤਾਂ ਨੂੰ ਰਸਤੇ ਵਿੱਚ ਲੁੱਟਿਆ ਸੀ। ਔਰ ਫਿਰ ਪਾਤਸ਼ਾਹ ਜੀ ਨੇ ਉੱਥੇ ਡੇਰੇ ਕਰ ਲਏ ਹਨ ਔਰ ਰਾਤ ਨੂੰ ਫਿਰ ਜਿਹੜੇ ਕਲਮੋਟ ਵਾਲੇ ਲੋਕ ਸੀ ਉਹ ਕਿਲੇ 'ਚ ਵੜ ਗਏ ਤੇ ਸਿੰਘਾਂ ਨੇ ਕਿਹਾ ਮਹਾਰਾਜ ਅਸੀਂ ਕਿਲੇ ਦੇ ਵਿੱਚ ਵੜ ਕੇ ਇਹਨਾਂ ਦਾ ਸੌਦਾ ਲਾਈਏ। ਪਾਤਸ਼ਾਹ ਕਹਿੰਦੇ ਕਿਲੇ ਦੇ ਵਿੱਚ ਨਹੀਂ ਆਪਾਂ ਵੜਨਾ। ਉਹ ਡਰ ਗਏ ਹਨ, ਸਮਝੋ ਹਾਰ ਗਏ ਹਨ। ਪਾਤਸ਼ਾਹ ਕਹਿੰਦੇ ਨਹੀਂ ਮਰਦ ਅੱਜ ਮੌਕਾ ਇਹਨਾਂ ਨੂੰ ਸਬਕ ਸਿਖਾਉਣ ਦਾ, ਰਾਹ ਨੂੰ ਆਪਣੀਆਂ ਸੰਗਤਾਂ ਨੂੰ ਰਸਤੇ ਵਿੱਚ ਰਾਹ ਖੜੇ ਲੁੱਟਣਗੇ ਨਹੀਂ। ਪਾਤਸ਼ਾਹ ਜੀ ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਰਾਤ ਕੱਟੋ ਇੱਥੇ, ਘੇਰਾ ਪਾ ਲਓ, ਬਾਹਲਾ ਕਰ ਦਿਓ ਕਿਲੇ ਨੂੰ, ਇਹਨਾਂ ਨੂੰ ਭੱਜਣ ਨਹੀਂ ਦਿੰਦੇ ਆਪਾਂ ਹੁਣ, ਪਰ ਹਜੇ ਹਮਲਾ ਨਹੀਂ ਕਰਨਾ ਆਪਾਂ ਰਾਤ ਨੂੰ। ਤੇ ਰਾਤ ਨੂੰ ਗੋਲੀਆਂ ਬੰਦੂਕਾਂ ਤੀਰ ਆਦਿ ਛੱਡਦੇ ਰਹੇ, ਪਰ ਸਿੰਘਾਂ ਨੇ ਕਿਲੇ ਦੀ ਥੱਲੋਂ ਜੜ ਚੋਂ ਓਟ ਲੈ ਲਈ ਹੈ। ਇਸ ਕਰਕੇ ਉਹਨਾਂ ਦੇ ਸ਼ਾਸਤਰ ਛੱਡੇ ਹੋਏ ਗੋਲੀਆਂ ਤੀਰ ਸਿੰਘਾਂ ਨੂੰ ਨਹੀਂ ਲੱਗਦੇ। ਦੂਜਾ ਦਿਨ ਚੜ੍ਹਿਆ ਉੱਥੇ ਗੁਰੂ ਪਿਆਰਿਓ, ਨਗਾਰੇ ਤੇ ਚੋਟ ਵੱਜੀ, ਸੰਖ ਵੱਜੇ, ਅੰਮ੍ਰਿਤ ਵੇਲਾ ਹੋਇਆ, ਸਾਰੇ ਸਿੰਘ ਉੱਠ ਕੇ ਤਿਆਰ ਪ੍ਰਤਿਆਰ ਹੋਣ ਲੱਗੇ। ਦੂਸਰੇ ਦਿਨ ਕੀ ਹੋਇਆ ਇਹ ਵਿਚਾਰਾ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ। ਗੁਰੂ ਚਰਨਾਂ ਵਿੱਚ ਆਪਣੀਆਂ ਤੇ ਦਾਸਾਂ ਦੀਆਂ ਲਵਾਓ ਹਾਜ਼ਰੀਆਂ, ਗੱਜ ਕੇ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ संकन में पर फूक बजावत बाज उठियो रणजीत नगारा। ਅੰਮ੍ਰਿਤ ਵੇਲਾ ਹੋਇਆ ਤੇ ਗੁਰੂ ਪਿਆਰਿਓ ਸਿੰਘਾਂ ਨੇ ਰਣਜੀਤ ਨਗਾਰੇ ਤੇ ਚੋਟ ਲਾਈ ਹੈ। ਉਹਦੇ ਪਹਾੜੀਏ ਆਪਣੇ ਸ਼ੰਖ ਵਜਾ ਰਹੇ ਨੇ ਅਤੇ ਵਾਹਿਗੁਰੂ ਜੀ ਕੀ ਸੋ ਫਤਿਹ ਕਹਿ ਹੋਤ ਪਿ ਉਤਸਾਹ ਉਦਾਰਾ। ਔਰ ਸਿੰਘ ਸਾਰੇ ਤਿਆਰ ਪ੍ਰਤਿਆਰ ਹੋ ਕੇ ਇੱਕ ਦੂਜੇ ਨੂੰ ਮਿਲਣ ਲੱਗੇ, ਜਕਾਰੇ ਛੱਡਣ ਲੱਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਜਾਉਂਦੇ ਹਨ। ਵਾਰ ਪੁੰਜ ਤੋ ਕੰਬਨ ਕੀਰ ਕੜਕਨ ਅੰਤਰ ਚੋਰਤ ਹੈ ਡਰ ਧਾਰਾ। ਔਰ ਸ਼ੰਖਾਂ ਵਿੱਚ ਫੂਕਾਂ ਮਾਰ ਕੇ ਵਜਾਉਣ ਲੱਗੇ, ਰਣਜੀਤ ਨਗਾਰਾ ਵਜਾਉਣ ਲੱਗੇ। ਜਦ ਸਿੰਘਾਂ ਨੇ ਕਹਿਣ ਲੱਗੇ ਕੁਝ ਬੰਦੂਕਾਂ ਇਕੱਠੀਆਂ ਕਰਕੇ ਕਿਲੇ ਵੱਲ ਨੂੰ ਛੱਡਣੀਆਂ ਕੀਤੀਆਂ ਜੀ। ਹੋਏ ਸੁਜੀਤ ਇਸ਼ਨਾਨ ਕਰੇ ਕਿਨ ਕੇਸ ਸੁਧਾਰ ਬੰਦੀ ਦਸਤਾਰਾ। ਇਹੋ ਕਿਲੇ ਵਿੱਚ ਬੈਠੇ ਗੁੱਜਰ ਤੇ ਰੰਗੜ ਡਰ ਗਏ ਹਨ ਗੁਰੂ ਪਿਆਰਿਓ ਬਹੁਤ ਜ਼ਿਆਦੇ। ਔਰ ਸਿੰਘ ਜਿਹੜੇ ਹਨ ਉੱਠ ਕੇ ਇਸ਼ਨਾਨ ਆਦਿ ਕਰਕੇ ਤਿਆਰ ਪ੍ਰਤਿਆਰ ਹੋਣ ਲੱਗੇ। ਕੋਈ ਕੇਸ ਵਾਹ ਰਿਹਾ, ਕੋਈ ਦਸਤਾਰ ਸਜਾ ਰਿਹਾ ਹੈ ਜੀ। ਤਮ ਮੋਹਿ ਕੇ ਭੂਖਣ ਭੂਖਣ ਪੇਖ ਕਹਿਓ ਭਵ ਭੂਖਣ ਹੈ ਸਵਦਾਨਾ। ਔਰ ਸੰਸਾਰ ਦੇ ਭੂਖਣ ਮੋਹ ਰੂਪੀ ਹਨੇਰੇ ਦੇ ਵਿੱਚ ਸੂਰਜ ਸਤਿਗੁਰ ਜੀ ਦੇ ਪ੍ਰਕਾਸ਼ ਦੀ ਤਰ੍ਹਾਂ, ਸਤਿਗੁਰ ਸੂਰਜ ਦੇ ਪ੍ਰਕਾਸ਼ ਦੀ ਤਰ੍ਹਾਂ ਸਾਵਧਾਨ ਹੋ ਗਏ। ਭਾਵ ਜਿਵੇਂ ਜਿਵੇਂ ਸੂਰਜ ਚੜ੍ਹਦਾ ਜਾ ਰਿਹਾ ਹੈ ਸਾਰੇ ਉੱਠਣ ਲੱਗੇ ਜੀ। ਗੱਡ ਪੇ ਅਬਹਿਦ ਕਰੋ ਮਿਲ ਕੇ ਚੜ ਉਪਰ ਵੀਰ ਬਰੋਰ ਬਹਾਨਾ। ਤੇ ਜਦ ਪੂਰਾ ਦਿਨ ਚੜ ਗਿਆ ਤੇ ਪਾਤਸ਼ਾਹ ਸਿੰਘਾਂ ਨੂੰ ਕਹਿੰਦੇ ਹੁਣ ਦੇਖੋ ਇਹ ਕੀ ਕਰਦੇ ਹਨ। ਜੇ ਹੁਣ ਚਾਹੁੰਦੇ ਹੋ ਤਾਂ ਕਿਲੇ ਤੇ ਜਾ ਕੇ ਇਹਨਾਂ ਤੇ ਹਮਲਾ ਕਰੋ ਜੀ। ਕਰ ਕਾਰਜ ਲਿਓ ਸਵੇਰ ਅਬੇਰ ਨਬੇਰੋ ਜੰਗ ਭਰੇ ਕਮਸਾਨਾ। ਔਰ ਹੁਣ ਜਿਹੜਾ ਕੰਮ ਕਰਨਾ ਕਰ ਲਓ ਜਲਦੀ ਤੋਂ ਜਲਦੀ। ਅਬੇਰ ਦਿਨ ਛਿਪਣ ਤੋਂ ਪਹਿਲਾਂ ਪਹਿਲਾਂ ਕੰਮ ਨਿਬੇੜ ਦਿਓ। ਸੁਨ ਕੇ ਸਭ ਸਿੰਘ ਫਿਰੇ ਚੋਂ ਔਰ ਨਾ ਘਾਲਨ ਜੋਰ ਸ਼ਸ਼ੋਰ ਮਹਾਨਾ। ਤੇ ਸਿੰਘ ਜਿਹੜੇ ਆ ਕਿਲੇ ਦਾ ਚਾਰ ਛਪੇਰਾ ਦੇਖਣ ਲੱਗੇ ਵੀ ਕਿੱਧਰ ਦੀ ਕਿਲੇ ਦੇ ਵਿੱਚ ਵੜਿਆ ਜਾਵੇ ਜੀ। ਤੋਹੇ ਕਰੇ ਡਿਗ ਢੂਗ ਗਏ ਚੋਹ ਔਰਨ ਤੇ ਲਲਕਾਰ ਭਰੇ। ਇਸ ਤਰ੍ਹਾਂ ਸਿੰਘਾਂ ਨੇ ਹੁਣ ਕਿਲੇ ਦੇ ਦੁਆਰਾ ਘੁੰਮ ਕਰਕੇ ਢੋਏ ਭਾਵ ਨੇੜੇ ਪਹੁੰਚ ਗਏ। ਨੇੜੇ ਢੁੱਕ ਗਏ, ਚਾਰੇ ਪਾਸਿਆਂ ਤੋਂ ਜਕਾਰੇ ਛੱਡਣ ਲੱਗੇ ਜੀ। ਪਾਸ ਗਏ ਨੇ ਤਰਾਸ ਪਈ ਗੱਡ ਪੀਤਨ ਲੋਭ ਜਾਏ ਕਰੇ। ਔਰ ਗੁਰੂ ਪਿਆਰਿਓ ਹੁਣ ਅੱਗੇ ਕਿਲੇ ਦੀਆਂ ਕੰਧਾਂ ਆ ਗਈਆਂ ਹਨ, ਨੇੜੇ ਤਾਂ ਪਹੁੰਚ ਗਏ। ਹਾਥ ਕਹੀ ਗਏ ਧਾਰ ਲਾਗਿਓ ਰੁਕ ਕੁਸ਼ੋਰ ਵਿਸਾਲ ਕਰੇ। ਔਰ ਸਿੰਘਾਂ ਨੇ ਕਹਿੰਦੇ ਕਿਲੇ ਦੀਆਂ ਜੜਾਂ ਦੇ ਵਿੱਚੋਂ ਕਹੀ ਲੈ ਕੇ ਪਟਣਾ ਸ਼ੁਰੂ ਕੀਤਾ ਹੈ ਜੀ। ਫੇਰ ਫਿਰੇ ਅਲਵਾਲ ਪਰੇ ਵੱਲ ਭੂਰ ਤਰੇ ਚ ਭੀਤ ਚਰੇ। ਭਾਵ ਕਿਲੇ ਵਿੱਚ ਵੜਨ ਦੀ ਰਸਤਾ ਬਣਾ ਰਹੇ ਹਨ ਸਿੰਘ। ਉਹਦੇ ਚਾਰ ਛਪੇਰੇ ਘੁੰਮਦੇ ਹੋਏ ਗੁਰੂ ਪਿਆਰਿਓ ਬੜਾ ਜਕਾਰੇ ਛੱਡਦੇ ਹੋਏ ਇਹਨਾਂ ਨੂੰ ਦੱਸਣਾ ਚਾਹੁੰਦੇ ਹਨ। ਕੰਧਾਂ ਤੇ ਚੜ੍ਹਨ ਵਾਸਤੇ ਤਿਆਰੀ ਕਰਨ ਲੱਗੇ ਜੀ। ਜੋ ਚੋਹ ਔਰ ਪਰੀ ਜਬ ਤੁਮ ਮਿਲੇ ਗੱਡ ਭੀਤ ਕੇ ਸੰਗ ਸੁਜਾਏ। ਔਰ ਇਸ ਤਰ੍ਹਾਂ ਚਾਰੇ ਪਾਸੇ ਧੁੰਮਾਂ ਪੈ ਗਈਆਂ ਖਾਲਸੇ ਦੇ ਜਕਾਰਿਆਂ ਦੀਆਂ, ਰੌਲੇ ਰੱਪੇ ਦੀਆਂ। ਔਰ ਕਿਲੇ ਦੀ ਕੰਧ ਦੇ ਕੋਲ ਜਦ ਪਹੁੰਚ ਗਏ ਜੀ। ਅੰਤਰ ਜੋਰ ਨਿਰੰਤਰ ਕੋ ਕਰ ਹਰ ਪਰੇ ਤੁਕ ਕਾਨ ਚਲਾਏ। ਉਹ ਜਿਹੜੇ ਅੰਦਰ ਬੈਠੇ ਆ ਰੰਗੜ ਤੇ ਗੁੱਜਰ ਉਹ ਹਾਰੇ ਹੋਏ ਤਾਂ ਹੈ, ਪਰ ਫਿਰ ਵੀ ਅੰਦਰੋਂ ਜਿਹੜਾ ਹੈ ਕੋਸ਼ਿਸ਼ ਕਰਦੇ ਆ ਕਿ ਸਿੰਘਾਂ ਨੂੰ ਡਰਾਇਆ ਜਾਵੇ। ਬੰਦੂਕਾਂ ਚਲਾਉਂਦੇ ਹਨ। ਜਾਨਤ ਪੇ ਜਦ ਹੈ ਗੱਡ ਪੈਨ ਹੈ ਪ੍ਰਾਨ ਬਚੇ ਕਤਲਾਮ ਕਰਾਏ। ਔਰ ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਬਈ ਜੇ ਸਿੰਘ ਕਿਲੇ ਦੇ ਵਿੱਚ ਵੜ ਗਏ ਤੇ ਫਿਰ ਸਾਨੂੰ ਛੱਡਣਾ ਨਹੀਂ ਜੀ। ਹੋਏ ਅਤੀਰ ਜਬੀਰ ਜੀ ਕੋ ਤਰਜ ਤਰਾਸ਼ ਤਰੇ ਸੋ ਪਰੇ ਕਗਿਆਈ। ਔਰ ਉਹਨਾਂ ਦਾ ਧੀਰਜ ਟੁੱਟ ਗਿਆ ਗੁਰੂ ਪਿਆਰਿਓ। ਅਖੀਰ ਉਹ ਡਰ ਗਏ ਕਿ ਆ ਕੇ ਬੋਲਣ ਲੱਗੇ ਜੀ। ਚੀਰ ਗਵਾਰਨ ਫੇਰਨ ਕੀਨ ਬਨੇ ਬਿਨਤੀ ਗੁਰ ਕੀ ਸੋ ਦੁਹਾਈ। ਉਹ ਮੂਰਖ ਲੋਕ ਗੁਰੂ ਪਿਆਰਿਓ ਉੱਚੀ ਉੱਚੀ ਹਾਰ ਦਾ ਪੱਲਾ ਫੇਰਿਆ। ਭਾਵ ਜਦੋਂ ਕੋਈ ਹਾਰ ਜਾਂਦਾ ਹੈ ਨਾ ਫਿਰ ਚਿੱਟੇ ਰੰਗ ਦਾ ਕੱਪੜਾ ਉਹ ਐਦਾਂ ਮਾਰਦਾ ਹੈ
ਬਈ ਅਸੀਂ ਹਾਰ ਗਏ ਆ, ਸਾਨੂੰ ਮਾਰੋ ਨਾ। ਹੁਣ ਇਹਨਾਂ ਨੇ ਇੱਕ ਪੱਲਾ ਘੁਮਾਇਆ ਹੈ ਚਿੱਟੇ ਰੰਗ ਦਾ ਕੱਪੜਾ, ਬਈ ਅਸੀਂ ਹਾਰ ਗਏ ਆ, ਸਾਨੂੰ ਗੁਰੂ ਦੀ ਸਹੁੰ ਹੈ, ਸੋਨੂੰ ਵੀ ਗੁਰੂ ਦੀ ਸਹੁੰ ਹੈ, ਸਾਨੂੰ ਛੱਡ ਦਿਓ, ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ ਜੀ। ਪ੍ਰਾਨ ਬਚੇ ਦਾਨ ਕਰੋ ਪ੍ਰਭੂ, ਆਨਨਾ ਬਸਤ ਹੈ ਬਤਕਾਈ। ਔਰ ਉੱਚੀ ਉੱਚੀ ਹੁਣ ਆਵਾਜ਼ਾਂ ਮਾਰਦੇ ਆ, ਪਤਾ ਲੱਗਿਆ ਵੀ ਸਿੰਘ ਜੇ ਕਿਲੇ 'ਚ ਵੜ ਗਏ ਇੱਕ ਨਹੀਂ ਛੱਡਣਾ। ਉੱਤੋਂ ਦੀ ਕਿਲੇ ਦੇ ਆਵਾਜ਼ਾਂ ਮਾਰਦੇ ਆ ਕਿ ਸਾਨੂੰ ਬਖਸ਼ ਦਿਓ, ਸਾਡੀ ਜਾਨ ਬਖਸ਼ੀ ਕਰ ਦਿਓ, ਅੱਜ ਤੋਂ ਬਾਅਦ ਤੁਹਾਡੀ ਸੰਗਤ ਨੂੰ ਅਸੀਂ ਕੁਝ ਨਹੀਂ ਕਹਾਂਗੇ। ਭੁੱਲ ਗਏ ਬਖਸ਼ੋ ਹਮਕੋ ਰਹਿ, ਜੀਵਤ ਫੇਰ ਕਰੇ ਖੁਟਿਆਈ। ਕਹਿੰਦੀ ਅਸੀਂ ਗਲਤੀ ਕੀਤੀ ਹੈ, ਸਾਨੂੰ ਪਤਾ ਨਹੀਂ ਸੀਗਾ, ਅਸੀਂ ਭੁੱਲ ਗਏ ਔਰ ਸਾਡੀ ਗਲਤੀ ਹੈ, ਪਰ ਕਿਰਪਾ ਕਰਕੇ ਸਾਨੂੰ ਬਖਸ਼ ਦਿਓ, ਅੱਗੇ ਤੋਂ ਏਦਾਂ ਨਹੀਂ ਕਰਾਂਗੇ। ਆਪ ਦੇ ਆਨੰਦ ਸੂਰ ਸ਼ਿਰੋਮਨ, ਕੌਣ ਚਾਹੇ ਤੁਮਰੀ ਸਮਤਾਈ। ਹੁਣ ਸਤਿਗੁਰਾਂ ਦੇ ਤੱਕ ਉੱਚੀ ਬੋਲ ਕੇ ਆਵਾਜ਼ ਪਹੁੰਚਾਉਂਦੇ ਐ ਕਿ ਤੁਸੀਂ ਤਾਂ ਸੂਰਮੇ ਹੋ, ਯੋਧੇ ਹੋ, ਯੋਧਿਆਂ ਦੇ ਵੀ ਸ਼੍ਰੋਮਣੀ ਹੋ ਮਹਾਰਾਜ, ਤੁਹਾਡੀ ਬਰਾਬਰੀ ਕੌਣ ਕਰ ਸਕਦਾ ਹੈ, ਕਿਰਪਾ ਕਰਕੇ ਸਾਨੂੰ ਮਾਫ ਕਰ ਦਿਓ। ਦੀਨ ਪਏ ਬਿਨਤੀ ਜਬ ਕੀਨਾ, ਕਿਰਪਾਲ ਸੁਣੀ ਕਰਨਾ ਹੋਏ ਆਈ। ਕਿ ਜਦੋਂ ਉਹਨਾਂ ਨੇ, ਜਿਵੇਂ ਪਾਤਸ਼ਾਹ ਦਾ ਇੱਕ ਸੁਭਾਅ ਹੈ, ਜੋ ਸ਼ਰਨ ਆਵੇ ਤਿਸ ਕੰਠ ਲਗਾਵੇ, ਹਾਰ ਕੇ ਮਾਫੀਆਂ ਮੰਗਦੇ ਐ, ਸਤਿਗੁਰੂ ਦਇਆ ਦੇ ਘਰ ਆਏ ਹਨ। ਜੀਵਤ ਤਿਆਗ ਨਿਕਾਰ ਲੈ ਸਭ, ਅਯੁੱਧ ਚੀਨ ਕਹੀ ਪਕੜਾਈ। ਤੇ ਪਾਤਸ਼ਾਹ ਜੀ ਨੇ ਜਾਂ ਸਿੰਘਾਂ ਨੇ ਕਿਹਾ ਫਿਰ ਗੇਟ ਖੋਲੋ, ਛੱਡ ਦਿਆਂਗੇ। ਉਹਨਾਂ ਨੇ ਕਿਲੇ ਦਾ ਗੇਟ ਖੋਲਿਆ, ਬਾਹਰ ਨਿਕਲੇ ਔਰ ਉਹਨਾਂ ਦੇ ਹਥਿਆਰ ਤਾਂ ਖੋਲੇ ਤੇ ਉਹਨਾਂ ਨੂੰ ਜਿਉਂਦੇ ਛੱਡ ਦਿੱਤਾ ਹੈ। ਕਾਮ ਸਭੇ ਗੜ ਭੀਤ ਤਬੇ ਡਹਵਾਏ, ਦੀਏ ਤਿਨ ਤੇ ਬਲ ਲਾਏ। ਔਰ ਉਹਨਾਂ ਤੋਂ ਹੀ ਕਿਲਾ ਖਤਮ ਕਰਵਾਇਆ, ਕਿਲਾ ਢਵਾ ਦਿੱਤਾ ਉਹਨਾਂ ਤੋਂ ਹੀ। ਥਾਨ ਸਮਾਨ ਮਦਾਨ ਕੀ ਉਤ ਹੈ, ਮਾਨੋ ਨਾਹੀ ਬਸੇ ਇਸ ਥਾਈ। ਔਰ ਇਹ ਪਲੇਨ ਮੈਦਾਨ ਬਣਵਾ ਦਿੱਤਾ ਵੀ ਗਾਹਾਂ ਨੂੰ ਇਹ ਕਿਸੇ ਨੂੰ ਲੁੱਟ ਕੱਟ ਕੇ ਇਸ ਕਿਲੇ ਵਿੱਚ ਲੋਕਣ ਜੋਗੇ ਨਾ ਬਚਣ। ਦੋਹਰਾ ਲੂਟ ਕੂਟ ਕਲ ਮੋਟ ਕੋ, ਪਲਟਾ ਤਿਨ ਤੇ ਲੀਨਾ। ਇਹੋ ਸਿੰਘਾਂ ਨੇ ਕਲਮੋੜ ਦੇ ਗੁੰਝਰਾਂ ਨੂੰ ਸਬਕ ਸਿਖਾਇਆ, ਜਿਹੜੇ ਰਾਹ ਖੇੜੇ ਲੋਕਾਂ ਨੂੰ ਲੁੱਟਦੇ ਸਨ। ਤੇ ਪਿਛਲੇ ਦਿਨੀ ਉਹਨਾਂ ਨੇ ਜੋ ਸੰਗਤ ਆ ਰਹੀ ਸੀ ਅਨੰਦਪੁਰ ਸਾਹਿਬ ਨੂੰ, ਉਹਨਾਂ ਨੂੰ ਲੁੱਟਿਆ ਸੀ, ਉਹਦਾ ਬਦਲਾ ਲਿਆ ਜੀ। ਸੂਰ ਸ਼ਿਰੋਮਨ ਦਸਮ ਗੁਰੂ, ਸਭ ਜਗ ਮੇ ਜਸ ਕੀਨਾ। ਇਸ ਤਰ੍ਹਾਂ ਸ਼੍ਰੋਮਣੀ ਸਤਿਗੁਰੂ ਸਰਬ ਕਲਾ ਸਮਰੱਥ, ਦੁਨੀਆ ਵਿੱਚ ਜਿਨ੍ਹਾਂ ਦਾ ਜਸ ਹੁੰਦਾ ਹੈ ਜੀ। ਦੋਹਰਾ ਕਰਿਉ ਕਲ ਮੇਟ ਕੋ, ਦਈ ਸਜਾਏ ਵਿਸਾਲ। ਇਹੋ ਕਲਮੋਟ ਪਿੰਡ ਦੇ ਉਸ ਕਿਲੇ ਨੂੰ ਥੇ ਬਣਾ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਅੜਦੇ ਸਨ ਸਜ਼ਾ ਦੇਣੀ ਕੀਤੀ ਹੈ। ਇਸ ਦਿਨ ਤੇ ਸੰਗਤ ਸਦਾ, ਸੁਖੀ ਰਹੀ ਸਭ ਕਾਲਾ। ਉਸ ਦਿਨ ਤੋਂ ਬਾਅਦ ਕਿ ਜਿਹੜੀ ਸੰਗਤ ਹੈ, ਫਿਰ ਉਹਨਾਂ ਨੂੰ ਕਿਸੇ ਨੇ ਰਸਤੇ ਵਿੱਚ ਆਉਂਦਿਆਂ ਨੂੰ ਲੁੱਟਿਆ ਨਹੀਂ। ਕਿਤ ਤੇ ਆਏ ਕਿਸੂ ਮੰਗ ਜਾਵੇ, ਬਾਗ ਕਟੋਰ ਪੇ ਨਹੀਂ ਅਲਾਵੇ। ਹੁਣ ਸਿੱਖ ਸੰਗਤਾਂ ਗੁਰੂ ਕੀਆਂ ਕਿਧਰੇ ਆਉਣ ਕਿਧਰੇ ਜਾਣ ਅਨੰਦਪੁਰ ਸਾਹਿਬ ਨੂੰ, ਇਹਨਾਂ ਤੇ ਤਾਕਤ ਨਹੀਂ ਕਿ ਉਹਨਾਂ ਨੂੰ ਪੁੱਠਾ ਵੀ ਬੋਲ ਜਾਣ। ਗੁਰ ਕੋ ਤਰਾਸ ਧਰੇ ਉਰ ਭਾਰੀ, ਦੇਖ ਲਿਓ ਕਲ ਮੋਟ ਉਜਾਰੀ। ਉਹ ਡਰਦੇ ਹਨ ਤੇ ਨਾਲੇ ਯਾਦ ਕਰਦੇ ਆ, ਯਾਰ ਇਹ ਸਿੱਖ ਬਹੁਤ ਭੈੜੇ ਆ, ਇਹਨਾਂ ਦਾ ਗੁਰੂ ਤਾਂ ਬੜਾ ਤਕੜਾ ਹੈ। ਆਪਾਂ ਨਹੀਂ ਕਿਸੇ ਨੂੰ ਕੁਝ ਕਹਿਣਾ, ਵੇਖ ਲਓ ਪਹਿਲਾਂ ਆਪਾਂ ਲੁੱਟਿਆ ਸੀਗਾ ਤੇ ਸਾਡਾ ਕਲਮੋਟ ਭਾਵ ਕਿਲਾ ਜਿਹੜਾ ਹੈ ਉਜਾੜ ਦਿੱਤਾ ਜੀ। ਰਾਜੇ ਨੇ ਜਿਜਪੁਰ ਮੈਂ ਤੇਰੇ, ਕੁਛ ਵਿਰੋਧ ਕੋ ਜ਼ਿਕਰ ਨਾ ਕਰੇ। ਤਾਂ ਉੱਥੇ ਦੁਆਰਾ ਪਿੰਡ ਵਸਿਆ, ਉਹਦਾ ਨਾਮ ਰੱਖਿਆ ਗਿਆ ਖੇੜਾ ਕਲਮੋਟ। ਉੱਥੇ ਦੁਆਰਾ ਪਿੰਡ ਵਸਾਇਆ ਉਹਨਾਂ ਨੇ। ਇਸ ਤਰ੍ਹਾਂ ਗੁਰੂ ਪਿਆਰਿਓ, ਰਾਜੇ ਨਿਜ ਨਿਜ ਪੁਰੇ ਮੈਂ ਥਿਰੇ, ਕੱਛ ਵਿਰੋਧ ਕੋ ਜ਼ਿਕਰ ਨਾ ਕਰੇ। ਹੁਣ ਭੀਮ ਚੰਦ ਵਰਗੇ ਰਾਜੇ ਜਿਹੜੇ ਹਨ, ਉਹ ਵੀ ਆਪੋ ਆਪਣੇ ਰਾਜਾਂ ਵਿੱਚ ਰਹਿਣ ਲੱਗੇ, ਗੁਰੂ ਸਾਹਿਬ ਤੋਂ ਬਹੁਤ ਡਰ ਗਏ ਹਨ। ਗੁਰੂ ਸਾਹਿਬ ਹਲੇ ਅਨੰਦਪੁਰ ਸਾਹਿਬ ਤੋਂ ਦੂਰ ਨਹੀਂ ਗਏ, ਅਨੰਦਪੁਰ ਸਾਹਿਬ ਦੇ ਚਾਰ ਛਪੇਰੇ ਹੀ ਵਿਚਰ ਰਹੇ ਹਨ। ਤੇ ਰਾਜੇ ਵੀ ਹੁਣ ਸਤਿਗੁਰਾਂ ਦੇ ਉੱਤੇ ਹਮਲਾ ਕਰਨੋਂ ਰੁਕ ਗਏ ਜੀ। ਦਰਬ ਖਰਚ ਹੋਇ ਸਭੋ ਤੀਰਾ, ਦਿਓ ਤੁਰ ਕਰ ਭਟਨ ਕਨੇਰਾ। ਉਹ ਰਾਜਿਆਂ ਦੇ ਕੋਲੇ ਮੈਨ ਸ਼ਕਤੀ ਤੇ ਜਿਹੜੀ ਪਾਵਰ ਸ਼ਕਤੀ ਮਾਇਆ ਦੀ ਹੈ, ਸਭ ਖਤਮ ਹੋ ਗਈ। ਬਹੁਤ ਸਾਰੀ ਫੌਜ ਉਹਨਾਂ ਦੀ ਮਾਰੀ ਗਈ ਹੈ ਔਰ ਇਸ ਤਰ੍ਹਾਂ ਖਰਚਾ ਵੀ ਬਹੁਤ ਹੋ ਗਿਆ। ਬਹੁਤ ਸਾਰੀ ਮਾਇਆ ਇਹਨਾਂ ਨੂੰ
ਵਜੀਦੇ ਵਰਗੇ ਤੁਰਕਾਂ ਨੂੰ ਵੀ ਦੇਣੀ ਪਈ। ਜਗ ਸਮਾਜ ਪਰਜੀਨਾਨਾ ਦਿਨ ਪਰ ਹੋ ਖਰਚ ਮਹਾਨਾ। ਇਹਨਾਂ ਦੇ ਘੋੜੇ ਵੀ ਬਹੁਤ ਮਰ ਗਏ, ਫੌਜਾਂ ਵੀ ਬਹੁਤ ਮਰ ਗਈਆਂ, ਸ਼ਸਤਰ ਵੀ ਇਹਨਾਂ ਦੇ ਖਤਮ ਹੋ ਗਏ। ਕੁਝ ਸਿੰਘਾਂ ਨੇ ਲੁੱਟ ਲਏ, ਕੁਝ ਖਰਾਬ ਹੋ ਗਏ, ਕੁਝ ਬਰਾਨ ਹੋ ਗਏ ਜੰਗਲਾਂ ਵਿੱਚ। ਇਸ ਤਰ੍ਹਾਂ ਗੁਰੂ ਪਿਆਰਿਓ ਇਹਨਾਂ ਦੀ ਤਾਕਤ ਕਾਫੀ ਘਟ ਗਈ ਹੈ। ਸਨਬੰਦੀ ਅਰਸੂ ਭਟ ਸੰਗਾਰੇ ਉਜਰੋ ਦੇਸ਼ ਉਪਦਰ ਭਾਰੇ। ਪਹਾੜੀ ਇਲਾਕਾ ਮਾਨੋ ਉਜਾੜ ਕੇ ਰੱਖ ਦਿੱਤਾ ਤੇ ਗਲਤੀਆਂ ਇਹਨਾਂ ਭੀਮ ਚੰਦ ਵਰਗੇ ਰਾਜਿਆਂ ਦੀਆਂ, ਜਿਨ੍ਹਾਂ ਨੇ ਵਸਦੇ ਰਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਆਢਾ ਵਿੱਢਿਆ। ਸਤਿਗੁਰ ਤਾਂ ਸਭਨਾਂ ਦਾ ਭਲਾ ਮਨਾਏ, ਰਾਮ ਤਾਂ ਸਭ ਦਾ ਭਲਾ ਲੋਚਦੇ ਹਨ, ਪਰ ਇਹਨਾਂ ਨੇ ਜਾਣ ਬੁੱਝ ਕੇ ਆਪਣੀ ਹੈਂਕੜੀ ਵਿਖਾਉਂਦਿਆਂ ਹੋਇਆਂ ਗੁਰੂ ਸਾਹਿਬ ਨੂੰ ਜਿਹੜਾ ਸੀਗਾ ਉਹਨਾਂ ਦੇ ਐਂਟੀ ਚੱਲ ਕੇ ਕੱਢਣਾ ਚਾਹਿਆ। ਸਭ ਹੀ ਰੀਤ ਤੇ ਨੁਕਸਾਨ ਬਦਿਓ ਸ਼ੋ ਕਰ ਦੁਖੀ ਬਹਾਨਾ। ਗੱਲ ਮੁਕਾਓ ਕਿ ਭੀਮ ਚੰਦ ਵਰਗੇ ਇਹਨਾਂ ਪਹਾੜੀ ਰਾਜਿਆਂ ਦਾ ਹਰ ਤਰ੍ਹਾਂ ਦੇ ਨਾਲ ਬਹੁਤ ਨੁਕਸਾਨ ਹੋਇਆ। ਹੁਣ ਬੜੇ ਪਛਤਾਉਂਦੇ ਐ, ਪਛਤਾਤਾਪ ਕਰਦੇ ਹਨ। ਆਪੇ ਆਪਣੇ ਪੁਰ ਥਿਰ ਰਹੇ ਗੁਰ ਕੀ ਬਾਤ ਨਾ ਕੈਸੇ ਕਹੇ। ਹੁਣ ਸਾਰੇ ਰਾਜੇ ਕਹਿੰਦੇ ਆਪੋ ਆਪਣੇ ਰਾਜਾਂ ਵਿੱਚ ਟੇਕ ਕੇ ਬੈਠ ਗਏ। ਹੁਣ ਗੁਰੂ ਦੇ ਨਾਲ ਲੜਾਈ ਦੀ ਗੱਲ ਨਹੀਂ ਕਰਦੇ ਜੀ। ਜਬ ਸਤਿਗੁਰ ਮਾਰੀ ਕਲਮੋਟਾ ਕਿਸੋ ਨਾ ਚਿਤਵਿਓ ਗੁਰ ਸੰਗ ਖੋਟਾ। ਤੇ ਜਦੋਂ ਕਲਮੋਟ ਤੇ ਹਮਲਾ ਕੀਤਾ ਫਿਰ ਵੀ ਕਿਸੇ ਰਾਜੇ ਨੇ ਹੰਕਾਰ ਦੇ ਨਾਲ ਆ ਕੇ ਬਦਲਾ ਲੈਣ ਦੀ ਸਲਾਹ ਨਹੀਂ ਕੀਤੀ। ਏਕਮ ਕਾਮ ਕੀਨਸ ਤਿਸ ਥਾਨ ਬੈਠੇ ਸ੍ਰੀ ਪ੍ਰਭ ਲਾਏ ਦੀਵਾਨ। ਤਾਂ ਇੱਕ ਥਾਂ ਤੇ ਸਤਿਗੁਰਾਂ ਨੇ ਦੀਵਾਨ ਸਜਾਉਣਾ ਕੀਤਾ ਹੈ। ਦਇਆ ਸਿੰਘ ਆਦਿਕ ਡਿਗ ਥੀਰੇ ਸਕਲ ਖਾਲਸਾ ਬੇਨਤੀ ਕਰੇ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਤੇ ਹੋਰ ਸਿੰਘ ਬੈਠੇ ਹਨ ਤੇ ਬੇਨਤੀ ਕੀਤੀ ਹੈ। ਇੱਕ ਸੇ ਜਬ ਆਨੰਦਪੁਰ ਛੋਰਾ ਗਮਨੇ ਪ੍ਰਿਥਵੀ ਪਰ ਕੀ ਹੋਰ। ਮਹਾਰਾਜ ਜੀ ਜਿੱਦਨੇ ਆਪਾਂ ਅਨੰਦਪੁਰ ਸਾਹਿਬ ਚੋਂ ਬਾਹਰ ਆਏ ਸੀ, ਸ਼੍ਰੀ ਮੁਖ ਬਾਗ ਏਵ ਫਰਮਾਇਓ ਸਭ ਸਿੰਘਨ ਕੋ ਸ਼੍ਰੋਣ ਸੁਨਾਇਓ। ਉਹਦਨੇ ਤੁਸੀਂ ਇਹ ਕਿਹਾ ਸੀ ਮਹਾਰਾਜ ਸਾਰੇ ਸਿੰਘਾਂ ਨੂੰ, ਅਮਰੋ ਸਤਨ ਆਨੰਦਪੁਰ ਮਾਹੀ ਇਸ ਕੋ ਕਿਮ ਛੋਰੀ ਕਬ ਨਾਹੀ। ਸਾਡਾ ਘਰ ਹੈ ਅਨੰਦਪੁਰ ਸਾਹਿਬ, ਅਸੀਂ ਇਹਨੂੰ ਕਦੇ ਵੀ ਛੱਡਾਂਗੇ ਨਹੀਂ। ਸੋਵਬ ਬਾਕ ਸੰਭਾਲਨ ਕਰੋ ਚਲਣ ਚਾਹਿਓ ਰੇ ਪੁਰ ਨਿਜ ਧਰੋ। ਤੇ ਮਹਾਰਾਜ ਉਹ ਬਚਨ ਸੰਭਾਲੋ ਤੇ ਚਲੋ ਵਾਪਸ ਅਨੰਦਪੁਰ ਚੱਲੀਏ ਆਪਾਂ। ਸਰਬ ਗਰੇਸ਼ਰ ਲਰ ਪਚਾਰੇ ਆਪੇ ਆਪਣੇ ਨਗਰ ਸਿਧਾਰੇ। ਲੱਗਦਾ ਇਹਨਾਂ ਪਹਾੜੀਆਂ ਦੀ ਵੀ ਹੁਣ ਜਿਹੜੀ ਆ ਹੈਂਕੜੀ ਦੂਰ ਹੋ ਗਈ ਹੈ, ਹਾਰ ਗਏ ਹਨ। ਹੁਣ ਸ਼ਾਇਦ ਆਪਣੇ ਨਾਲ ਲੜਨਾ ਨਹੀਂ ਚਾਹੁੰਦੇ ਤੇ ਵਾਪਸ ਚਲੇ ਗਏ ਆਪਣੇ ਰਾਜਾਂ ਨੂੰ। ਰਨ ਅਦਯੋਗ ਤਿਆਗ ਸਭ ਦੀਨਾ ਜਨ ਉਤਸਾਹ ਛੀਨ ਕਿਨ ਲੀਨਾ। ਇਹਨਾਂ ਦੇ ਅੰਦਰੋਂ ਲੜਨ ਦੀ ਪਾਵਰ ਖਤਮ ਹੋ ਚੁੱਕੀ ਆ ਮਹਾਰਾਜ। ਲੱਗਦਾ ਹੈ ਇਹਨਾਂ 'ਚ ਪਹਿਲਾਂ ਵਾਲਾ ਉਤਸ਼ਾਹ ਨਹੀਂ ਰਿਹਾ ਲੜਾਈ ਵਾਲਾ, ਕਿਉਂਕਿ ਨੁਕਸਾਨ ਇਹਨਾਂ ਦਾ ਬਹੁਤ ਹੋ ਗਿਆ ਹੈ। ਅਬ ਹਟ ਕਹਾਂ ਬਿਪੋਰ ਸਿਧਾਰੋ ਸ਼੍ਰੀ ਆਨੰਦਪੁਰ ਆਪਨ ਸੰਭਾਰੋ। ਹੁਣ ਆਪਾਂ ਬਿਪੌਰ ਨਹੀਂ ਜਾਂਦੇ। ਬਿਪੌਰ ਸਾਹਿਬ ਜਿੱਥੇ ਸਤਿਗੁਰਾਂ ਨੇ ਚੌਪੀ ਸਾਹਿਬ ਦੀ ਰਚਨਾ ਵੀ ਕੀਤੀ ਹੈ, ਵੱਡੇ ਵੱਡੇ ਮਹਾਂਪੁਰਸ਼ਾਂ ਦੇ ਮ੍ਰਿਤਕ ਸਰੀਰ ਨੂੰ ਉੱਥੇ ਹੀ ਜਲ ਪ੍ਰਵਾਹ ਕੀਤਾ ਜਾਂਦਾ ਹੈ ਗੁਰੂ ਪਿਆਰੇ। ਤਾਂ ਉਹ ਬਿਪੌਰ ਸਾਹਿਬ ਦਾ ਇਲਾਕਾ ਹੈ। ਸਿੰਘਾਂ ਨੇ ਕਿਹਾ ਮਹਾਰਾਜ ਆਪਾਂ ਹੁਣ ਕਲਮੋਟ ਤੋਂ ਬਿਪੌਰ ਨਹੀਂ ਜਾਂਦੇ, ਆਪਣੇ ਅਨੰਦਪੁਰ ਸਾਹਿਬ ਹੀ ਚੱਲਦੇ ਹਾਂ। ਸਗਲ ਖਾਲਸੇ ਦੀ ਸੁਨਬਾਨੀ ਜਾਨੀ ਮਨ ਕੀ ਚਾਹੇ ਮਹਾਨੀ। ਸਿੰਘਾਂ ਦੀ ਬੇਨਤੀ ਸੁਣ ਕੇ ਗੁਰੂ ਸਾਹਿਬ ਨੇ ਸੁਣੀ ਹੈ। ਦੇਨ ਆਨੰਦ ਆਨੰਦਪੁਰ ਕੀਰਾ ਮਾਨੀ ਬਾਤ ਪ੍ਰਭੂ ਇਸ ਬੀਰਾ। ਅਨੰਦਪੁਰ ਵਰਗਾ ਖਾਲਸੇ ਨੂੰ ਆਨੰਦ ਦੇਣ ਲਈ ਇਹ ਗੱਲ ਮੰਨ ਲਈ ਹੈ। ਆਚਲ ਡੇਰਾ ਕੇ ਅਨਵਾਇਓ ਸੁਣ ਸੁਧ ਸ਼ਰੋਨ ਸ਼ੀਘਰ ਹੀ ਆਇਓ। ਬਾਦਸ਼ਾਹ ਕਹਿੰਦੇ ਚੰਗਾ ਜਿਹੜੇ ਸਿੰਘ ਫਿਰ ਬਪੌਰ ਬੈਠੇ ਆ ਉਹਨਾਂ ਨੂੰ ਵੀ ਸੱਦ ਲਓ, ਉਹ ਵੀ ਆ ਜਾਣ। ਸਗਲ ਬਹੀਰ ਮਿਲਿਓ ਇੱਕ ਥਾਏ ਸੋ ਪਤ ਜਥਾ ਸੁਖ ਰਾਤ ਬਿਤਾਏ। ਇਹ ਸਾਰਾ ਬਹੀਰ ਦੁਆਰਾ ਇਕੱਠਾ ਹੋ ਗਿਆ। ਫਿਰ ਦਿਵਸ ਅਗਲੇ ਕੀ ਨਸ ਤਿਆਰੀ ਭਇਓ ਦਮਾਮਾ ਜਿਸ ਤਨ ਭਾਰੀ। ਔਰ ਅਗਲੇ ਦਿਨ ਫਿਰ ਸਾਰਿਆਂ ਨੇ ਘੋੜਿਆਂ ਤੇ ਕਾਠੀਆਂ ਪਾਈਆਂ और नगारे ते चोट लाई है। जीन पवंगम पर सब पाए अयोध्या तो पंग उठाए। और घोड़ियां ते काठियां पाके शस्त्र आदि शरीरां ते धारण कर ले जी। कमर कसा कर होए सब दाना सकल खालसा वीर महाना। और खालसे ने चाले पाउण लई कमर कसा कर लिया, भाव तुरन दी तैयारी हो गई आ। खड़ग ने खंग अंग संग लाए जाप आप प्रभ हाथ उठाए।
ਸਵਾਰੇ। ਤਲਵਾਰਾਂ, ਤੀਰ, ਕਮਾਨ, ਭੱਠੇ, ਬੰਦੂਕਾਂ ਆਦਿ ਜੋ ਜੋ ਵੀ ਸ਼ਸਤਰ ਸਿੰਘਾਂ ਦੇ ਸਨ ਉਹ ਸਰੀਰ ਤੇ ਧਾਰਨ ਕਰ ਲਏ ਅਤੇ ਗਦ ਬਿਦਾਰ ਸੁੰਦਰ ਬੜਕੂਰਾ ਚੰਚਲ ਮਹਾ ਭਰਿਓ ਤਨ ਜੂਰਾ। ਸਤਿਗੁਰਾਂ ਨੇ ਵੀ ਚਾਪ ਹੁੰਦਾ ਹੈ, ਕਮਾਨ ਹੱਥ ਵਿੱਚ ਫੜਿਆ ਹੈ, ਜਿਹੜਾ ਤੀਰਾਂ ਦਾ ਪੱਥਾ ਉਹ ਮੋਢੇ ਤੇ ਪਾਇਆ ਹੈ, ਗੱਤ ਨੇ ਤਲਵਾਰ ਪਾਈ ਹੈ ਅਤੇ ਪਾਤਸ਼ਾਹ ਜੀ ਵੀ ਦਲ ਨਾਸ਼ਕ ਨਾਮ ਦਾ ਘੋੜਾ ਹੈ ਸਤਿਗੁਰਾਂ ਦਾ ਇੱਕ। ਦਲ ਬਿਦਾਰ, ਦਲ ਨੂੰ ਖਤਮ ਕਰਨ ਵਾਲਾ ਘੋੜੇ ਦਾ ਨਾਮ ਰੱਖਿਆ ਪਾਤਸ਼ਾਹ ਜੀ। ਘੋੜਿਆਂ ਦੇ ਨਾਮ ਰੱਖਿਆ ਕਰਦੇ ਸਨ। ਘੋੜਾ ਵੀ ਆਪਣੇ ਨਾਮ ਨੂੰ ਸਮਝ ਲੈਂਦਾ, ਜਦੋਂ ਦਾ ਮਾਲਕ ਆਵਾਜ਼ ਮਾਰਦਾ ਨਾਮ ਲੈ ਕੇ ਤੇ ਉਹ ਘੋੜਾ ਆ ਜਾਂਦਾ ਕੋਲ। ਇਸ ਕਰਕੇ ਗੁਰੂ ਪਿਆਰਿਓ, ਘੋੜਾ ਆਮ ਜਾਨਵਰਾਂ ਵਿੱਚੋਂ ਸਭ ਤੋਂ ਸਿਆਣਾ ਜਾਨਵਰ ਮੰਨਿਆ ਗਿਆ ਹੈ। ਇੱਥੋਂ ਤੱਕ ਕਿ ਆਪਣੇ ਸਵਾਰ ਨੂੰ ਜੇ ਜ਼ਖਮੀ ਹੋ ਜਾਵੇ ਤੇ ਬੈਠ ਕੇ ਆਪਦੇ ਉੱਤੇ ਬਿਠਾ ਲੈਂਦਾ ਕੋਈ ਸਤਿਨਾਮ। ਤੋ ਦਲ ਬਿਦਾਰ ਘੋੜਾ ਜਿਹੜਾ ਸਤਿਗੁਰਾਂ ਦਾ ਉਹ ਲਿਆਉਣਾ ਕੀਤਾ ਹੈ। ਹੋਏ ਅਰੂੜ ਮਾਰਗ ਪ੍ਰਸਥਾਨੇ ਦੁਦਬ ਬਜਤੀ ਸ਼ਬਦ ਮਹਾਨੇ। ਔਰ ਇਸ ਤਰ੍ਹਾਂ ਘੋੜੇ ਤੇ ਸਵਾਰ ਹੋ ਕੇ ਨਗਾਰੇ ਵਜਾਉਂਦੇ ਹੋਏ ਚੱਲ ਪਏ ਜੀ। ਚਲਿਓ ਖਾਲਸਾ ਪ੍ਰਭੂ ਵਿਚਾਰੀ ਮਿਲੇ ਭੇਟ ਦੇ ਪ੍ਰਭੂ ਅਗਾਰੇ। ਖਾਲਸਾ ਵੀ ਮਗਰ ਮਗਰ ਚੱਲ ਪਿਆ ਹੈ। ਰਸਤੇ ਵਿੱਚ ਅੱਗੋਂ ਸੰਗਤ ਮਿਲਦੀ ਹੈ, ਭੇਟਾਂ ਦਾ ਦੇ ਕੇ ਨਮਸਕਾਰਾਂ ਕਰਦੇ ਹਨ। ਬਿਨੇ ਕਰੇ ਹਮ ਪਰਜਾ ਤੁਮਾਰੀ ਆਪਣੀ ਜਾਨ ਕਰੋ ਰਖਵਾਰੀ। ਔਰ ਜਨਤਾ ਜੋ ਵੀ ਰਸਤੇ 'ਚ ਮਿਲਦੀ ਹੈ ਬੇਨਤੀ ਕਰਦੇ ਵਾਸ ਤੁਹਾਡੀ ਪਰਜਾ ਹਾਂ, ਸਾਡੀ ਰਕਸ਼ਾ ਕਰੋ ਜੀ। ਤਿਨ ਕੋ ਦੇ ਤੀਰਜ ਚਲ ਪਰੈ ਕੀਤਕ ਦੌਰ ਦੌਰ ਨਰ ਦੁਰੈ। ਔਰ ਇਸ ਤਰ੍ਹਾਂ ਗੁਰੂ ਪਿਆਰਿਓ ਸਤਿਗੁਰੂ ਉਹਨਾਂ ਨੂੰ ਧੀਰਜ ਦੇ ਕੇ ਅੱਗੇ ਜਾ ਰਹੇ ਹਨ ਤੇ ਕਈ ਡਰਦੇ ਹੋਏ ਲੁਕ ਜਾਂਦੇ ਹਨ ਕਿ ਯਾਰ ਸਿੰਘ ਫੇਰ ਆ ਗਏ ਹਨ। ਸਾਕੀ ਨ ਸਨਮੁਖ ਹੋਇ ਡਰ ਲਾਜੈ ਕੀਤਕ ਦੁਸ਼ਟ ਸੁਨਤ ਤੁਨ ਭਾਜੈ। ਔਰ ਕਈ ਤਾਂ ਨਗਾਰੇ ਦੀ ਆਵਾਜ਼ ਸੁਣ ਕੇ ਹੀ ਡਰ ਜਾਂਦੇ ਹਨ ਤੇ ਕਈਆਂ ਦਾ ਗੁਰੂ ਸਾਹਿਬ ਦੇ ਸਾਹਮਣੇ ਆਉਣ ਨੂੰ, ਅੱਖਾਂ ਮਿਲਾਉਣ ਨੂੰ ਕੋਈ ਨਹੀਂ ਜੀ ਕਰਦਾ, ਪਾਸੇ ਹੀ ਹੋ ਗਏ। ਜੇ ਮੁਮ ਕੋਈ ਗ੍ਰਾਮ ਪਛਾਨੇ ਲੂਟੇ ਕੂਟੇ ਅਗਰ ਪਿਆਨੈ। ਔਰ ਨਾਲੇ ਫਿਰ ਇਸ ਕਰਕੇ ਵੀ ਮੂੰਹ ਲੁਕਾਉਂਦੇ ਆ ਵੀ ਜੇ ਕਿਤੇ ਇਹਨਾਂ ਨੇ ਸਾਨੂੰ ਪਛਾਣ ਲਿਆ ਤੇ ਸਾਨੂੰ ਫਿਰ ਕੁੱਟਣਗੇ ਤੇ ਲੁੱਟਣਗੇ। ਸ਼੍ਰੀ ਅਨੰਦਪੁਰ ਕੋ ਚਲੇ ਆਏ ਪਿਤਾ ਸਥਾਨ ਪ੍ਰਥਮ ਦਰਸਾਏ। ਔਰ ਇਸ ਤਰ੍ਹਾਂ ਇਹਨਾਂ ਇਲਾਕਿਆਂ ਵਿੱਚ ਘੁੰਮਦੇ ਹੋਏ ਪਾਤਸ਼ਾਹ ਵਾਪਸ ਅਨੰਦਪੁਰ ਸਾਹਿਬ ਆ ਗਏ ਜੀ। ਉਤਰ ਜੋਰ ਕਰ ਬੰਧਨ ਕੀਨਾ ਬੌਰ ਪਰ ਕਰਨਾ ਫਿਰ ਕਰ ਦੀਨਾ। ਪਹਿਲਾਂ ਆਪਣੇ ਪਿਤਾ ਦੇ ਵਸਾਏ ਪਹਿਲੇ ਸਥਾਨ ਤੇ ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਹੈ, ਜਿਹੜਾ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਨੇ ਨਗਰ ਵਸਾਇਆ ਸੀਗਾ, ਉਹ ਗੁਰਦੁਆਰਾ ਸਾਹਿਬ ਗੁਰੂ ਪਿਆਰਿਓ ਕੇਸਗੜ੍ਹ ਸਾਹਿਬ ਤੋਂ ਢਲਾਣ ਨੂੰ ਹੈ। ਬਾਜ਼ਾਰਾਂ ਦੇ ਵਿੱਚ ਦੀ ਲੰਘ ਕੇ ਜਾਈਏ ਤਾਂ ਪਹਿਲਾਂ ਉੱਥੇ ਆ ਕੇ ਸਤਿਗੁਰਾਂ ਨੇ ਨਮਸਕਾਰ ਕੀਤੀ, ਪਰਿਕਰਮਾ ਕੀਤੀ ਹੈ। ਹੱਥ ਜੋੜ ਅਰਦਾਸ ਕਰਾਏ ਮਾਤੁਰ ਪ੍ਰਸਾਦ ਬਹੁਤ ਵਰਤਾਏ। ਔਰ ਹੱਥ ਜੋੜ ਕੇ ਅਰਦਾਸ ਕੀਤੀ ਹੈ, ਮਿੱਠਾ ਪ੍ਰਸ਼ਾਦ ਵੰਡਿਆ ਹੈ। ਗੌਰਵ ਸਦਨ ਆਪਣੇ ਗਏ ਪੁਰ ਮੇ ਨਾਨਾ ਮੰਗਲ ਪਾਏ। ਔਰ ਫਿਰ ਆਪਣੇ ਮਹਿਲਾਂ ਵੱਲ ਚਲੇ ਗਏ ਹਨ। ਨਿਜ ਨਿਜ ਧਾਰ ਖਾਲਸਾ ਤੇਰਿਓ ਹੈਨ ਲਗਾਵਨ ਗਨ ਕੋ ਕਰਿਓ। ਸਿੰਘ ਵੀ ਆਪੋ ਆਪਣੇ ਸਥਾਨਾਂ ਤੇ ਟੇਕ ਗਏ ਤੇ ਘੋੜੇ ਬੰਨ ਦਿੱਤੇ ਹਨ। ਪ੍ਰਥਮ ਬਸੇ ਨਰ ਸਭ ਚਲੇ ਆਏ ਕਰ ਉਪਹਾਰ ਪਗਨ ਲਪਟਾਏ। ਔਰ ਪਹਿਲਾਂ ਦੀ ਤਰ੍ਹਾਂ ਫੇਰ ਅਨੰਦਪੁਰ ਸਾਹਿਬ ਦੇ ਵਿੱਚ ਵਸਣ ਲੱਗੇ ਜੀ। ਸਭੇ ਮਿਲ ਮਿਲ ਬਿਨੇ ਬਖਾਨੀ ਸੁਨ ਪ੍ਰਭ ਤੀਰਜ ਦਈ ਮਹਾਨੀ। ਔਰ ਸਾਰਿਆਂ ਨੇ ਦੁਆਰਾ ਇੱਕ ਦੂਜੇ ਨੂੰ ਮਿਲਣਾ ਕੀਤਾ। ਨਗਰ ਨਿਵਾਸੀ ਵੀ ਆ ਕੇ ਮਿਲੇ ਤੇ ਸਾਰਿਆਂ ਨੇ ਇੱਕ ਦੂਜੇ ਨੂੰ ਧੀਰਜ ਦਿੱਤੀ ਹੈ ਸਤਿਗੁਰਾਂ ਨੇ ਸਭ ਨੂੰ, ਔਰ ਸਿੱਖਿਆ ਦਿੱਤੀਆਂ ਜੀ। ਪ੍ਰਥਕ ਪ੍ਰਥਕ ਕੁਸ਼ਲ ਪੁੱਛਤਾਪ ਹਰਕਤ ਕਰੇ ਨਗਰ ਕੇ ਜਨ ਸਭ। ਔਰ ਕੱਲੇ ਕੱਲੇ ਦੀ ਸੁਖ ਸੰਦ ਪਾਤਸ਼ਾਹ ਪੁੱਛਦੇ ਹਨ ਅਤੇ ਉਹਨਾਂ ਨੂੰ ਖੁਸ਼ ਕਰਦੇ ਹਨ। ਹੁਕਮ ਕਰਿਓ ਗੁਰ ਕੀ ਨਰ ਜੀ ਉਜਰ ਗਿਆਨੋ ਸਭ ਤੇ। ਜਿਹੜੇ ਨਗਰ ਦੇ ਲੋਕ ਡਰਦੇ ਹੋਏ ਚਲੇ ਗਏ ਸਨ ਵੀ ਇੱਥੇ ਤਾਂ ਘੇਰਾ ਪੈ ਗਿਆ, ਹੁਣ ਨਹੀਂ ਵਸਣ ਦਿੰਦੇ ਇੱਥੇ, ਤੇ ਬਹੁਤ ਸਾਰੇ ਲੋਕ ਚਲੇ ਵੀ ਗਏ ਸਨ। ਪਾਤਸ਼ਾਹ ਕਹਿਣ ਲੱਗੇ ਦੁਬਾਰਾ ਆ ਕੇ ਵਸੋ ਇੱਥੇ। ਆਪਰ ਬਾਣੀ ਆਦ ਜੀ ਆਵੈ ਬਸੇ ਸਦਨ ਤਿਨ ਕੀ ਬਨਵਾਵੈ। ਹੋਰ ਵੀ ਜੇ
ਕੋਈ ਦੁਕਾਨਦਾਰ ਇੱਥੇ ਦੁਕਾਨ ਪਾਉਣੀ ਚਾਹੁੰਦਾ, ਨਗਰ ਦੇ ਵਿੱਚ ਰਹਿਣਾ ਚਾਹੁੰਦਾ, ਤੇ ਆ ਕੇ ਆਪੋ ਆਪਣੇ ਘਰ ਪਾ ਕੇ ਦੁਕਾਨਾਂ ਪਾ ਕੇ ਰਹਿਣਾ ਕਰੇ ਜੀ। ਵਾਚਿਤ ਵਸਤੂ ਨੇ ਗੁਰ ਕਰਤੇ ਬਸੇ ਆਨ ਕਰਪੁਰ ਅਗਨਰਤੇ। ਜੇ ਘਰ ਪਾਉਣ ਵਾਸਤੇ ਮਾਇਆ ਚਾਹੀਦੀ ਹੈ, ਦੁਕਾਨ ਵਾਸਤੇ ਮਾਇਆ ਚਾਹੀਦੀ ਹੈ, ਭਾਵੇਂ ਗੁਰੂ ਘਰ ਚੋਂ ਲੈ ਲਓ ਤੇ ਇਹ ਨਗਰ ਨੂੰ ਵਸਾਉਣਾ ਕਰੋ ਜੀ। ਇਨ ਕੈ ਸਕਲ ਕਾਰਨ ਕਰੇ ਅਦਿਕ ਬਸਾਵਨ ਬਾਛਾ ਤਰੇ। ਇਹਨਾਂ ਕਹਿ ਕੇ ਸਾਰੇ ਲੋਕਾਂ ਨੂੰ ਦੁਆਰਾ ਸਤਿਗੁਰਾਂ ਨੇ ਬੁਲਾਉਣਾ ਕੀਤਾ ਹੈ ਜੀ। ਜੈ ਕੇ ਤੇ ਕਹਿ ਜਨ ਅਨਵਾਏ ਸਨਮਾਨੇ ਪੁਰ ਅਣਦ ਬਸਾਏ। ਜਿੱਥੇ ਜਿੱਥੇ ਉਹ ਚਲੇ ਗਏ ਸੀਗੇ ਉਹਨਾਂ ਨੂੰ ਵਾਪਸ ਬੁਲਾਉਣਾ ਕੀਤਾ ਹੈ। ਆਵਨ ਲਗੇ ਸਹਿ ਕਰੇ ਲੋਗ ਪ੍ਰਭ ਤੇ ਧਨ ਬਨਵਾਏ ਓਕ। ਔਰ ਪਾਤਸ਼ਾਹ ਜੀ ਨੇ ਉਹਨਾਂ ਨੂੰ ਮਾਇਆ ਦੇ ਕੇ ਦੁਆਰਾ ਬਸਾਉਣਾ ਕੀਤਾ ਹੈ ਜੀ। ਦੋ ਛਾਤਨ ਕੇ ਕਿਸ ਕੀ ਦੀਨਾ ਸੁੰਦਰ ਸਦਨ ਸੁਹਾਵਨ ਕੀਨਾ। ਕਿਸੇ ਨੇ ਮਕਾਨ ਪਾ ਲਿਆ, ਕਿਸੇ ਨੇ ਦੋ ਛੱਤਾਂ ਮਤਲਬ ਚਵਾਰਾ ਪਾ ਲਿਆ ਹੈ। ਇਸ ਤਰ੍ਹਾਂ ਘਰ ਪਾਉਣ ਲੱਗੇ ਜੀ। ਲਗੇ ਅਨਕ ਕਾਰੀਗਰਿਆਨਾ ਰਚਿ ਹਵੇਲੀ ਪੌਰ ਮਹਾਨ। ਔਰ ਕਾਰੀਗਰ ਜਿਹੜੇ ਸਨ ਲਾਗੇ ਅਤੇ ਇੱਥੇ ਘਰ ਹਵੇਲੀਆਂ ਬਣਨ ਲੱਗੀਆਂ ਜੀ। ਨਾਨਾ ਰੀਤਨ ਕੀਰਤਨ ਪੰਗਤ ਹਰਕਤ ਆਨ ਬਸੇਗਨ ਸੰਗਤ। ਔਰ ਸਾਰੇ ਬੜੇ ਖੁਸ਼ ਹਨ। ਸਿੱਖ ਸੰਗਤਾਂ ਸਤਿਗੁਰੂ ਦੁਆਰਾ ਫਿਰ ਪਹੁੰਚ ਗਏ ਹਨ। ਰਿਬ ਬਸੇ ਖਤ ਕਰਮੀ ਆਏ ਵਿਦਿਆ ਧੈਨ ਅਧਿਕ ਧਰਮ ਰਾਏ। ਔਰ ਹਰ ਤਰ੍ਹਾਂ ਦੇ ਲੋਕ ਵਿਦਿਆ ਧੈਨ ਭਾਵ ਜੋ ਵਿਦਿਆ ਪੜ੍ਹਨ ਵਾਲੇ ਤੇ ਹੋਰ ਬ੍ਰਾਹਮਣ ਆਦਿ ਤੇ ਸਿੱਖ ਜੋ ਸਿੱਖਾਂ ਦੇ ਬੱਚੇ ਸਨ ਜਾਂ ਬਾਣੀਏ ਜੋ ਦੁਕਾਨਦਾਰੀਆਂ ਕਰਨ ਵਾਲੇ ਉਹ ਵੀ ਆ ਕੇ ਰਹਿਣ ਲੱਗੇ। ਸੀਲ ਸੰਤੋਖੀ ਦਿਆ ਸੁਭਾਓ ਗੁਰ ਕੇ ਨਗਰ ਬਸੇ ਸਮਝਾਓ। ਬੜੇ ਸਬਰ ਸੰਤੋਖ ਵਾਲੇ, ਸੀਲ ਸੰਤੋਖ ਵਾਲੇ, ਚੰਗੇ ਸੁਭਾਅ ਵਾਲੇ ਗੁਰੂ ਕੇ ਨਗਰ ਵਿੱਚ ਆ ਕੇ ਰਹਿਣ ਲੱਗੇ। ਖੱਤਰੀ ਕੇ ਤਕਿਆਨ ਰਹੇ ਹੈ ਜਿਨ ਗੁਰ ਸ਼ਰਧਾ ਭਾਉ ਰਹੇ ਹੈ। ਔਰ ਬਹੁਤ ਸਾਰੇ ਛਤਰੀ ਖੱਤਰੀ ਵੀ ਆ ਕੇ ਰਹਿਣ ਲੱਗੇ। ਵੈਸ ਬਨਜ ਕੀ ਕਰਤਾਏ ਕਰੀ ਦੁਕਾਨ ਬਾਜ਼ਾਰ ਸੁਹਾਏ। ਵਪਾਰੀ ਵੀ ਇੱਥੇ ਰਹਿਣ ਲੱਗੇ ਦੁਕਾਨਾਂ ਪਾ ਕੇ। ਹੋਣ ਲਗਿਓ ਵਿਵਹਾਰ ਬਡੇਰੇ ਦੇਸ਼ ਵਿਦੇਸ਼ ਨਲਾਇ ਕਨੇਰੇ। ਇਉਂ ਇੱਕ ਵਾਰੀ ਫੇਰ ਅਨੰਦਪੁਰ ਸਾਹਿਬ ਦੇ ਵਿੱਚ ਰੌਣਕਾਂ ਬਣ ਗਈਆਂ। ਮਿਹਨਤ ਅਦਕ ਨਗਰ ਮੇ ਪਾਏ ਕ੍ਰਿਤ ਕੇ ਕਰਨ ਹਾਰ ਗਨ ਆਏ। ਮਿਹਨਤੀ ਲੋਕ ਮਜ਼ਦੂਰੀ ਦਿਹਾੜੀ ਕਰਨ ਵਾਲੇ ਵੀ ਇੱਥੇ ਆਉਣ ਲੱਗੇ। ਸਕਲ ਜਾਤ ਸ਼ੂਦਰ ਕੀ ਰਹੇ ਕਰੇ ਮਜ਼ਦੂਰੀ ਧਨ ਗਨ ਲਹੇ। ਮਜ਼ਦੂਰੀ ਕਰਨ ਵਾਲੇ ਜੋ ਮਿਹਨਤ ਕਰਨ ਵਾਲੇ ਦਿਹਾੜੀਏ ਆਦਿ ਕੰਮ ਕਰਨ ਵਾਲੇ ਉਹ ਵੀ ਇੱਥੇ ਰਹਿਣ ਲੱਗੇ ਤੇ ਆਪਣਾ ਮਾਇਆ ਲੈ ਕੇ ਸਮਾਂ ਲਗਾਉਣ ਲੱਗੇ ਜੀ। ਗੁਣੀ ਪੁਰਖ ਆਛੀ ਕ੍ਰਿਤ ਕਰੀ ਕਦਰ ਸਿਨਾਸ ਜਾਨ ਗੁਰ ਭਰੀ। ਗੁਣੀ ਪੁਰਖ ਗੁਣ ਰੱਖਣ ਵਾਲੇ ਸਿਆਣੇ ਬੰਦੇ ਜਿਨ੍ਹਾਂ ਦਾ ਸਤਿਗੁਰੂ ਬੜਾ ਸਤਿਕਾਰ ਕਰਦੇ ਆ ਉਹਨਾਂ ਨੂੰ ਇੱਥੇ ਵਸਾਉਣਾ ਕੀਤਾ ਹੈ। ਗੁਰ ਮੈਂ ਬਸੇ ਚਲੀ ਸਭ ਕਾਰ ਕੋ ਕਰ ਲੈ ਪਹੁੰਚਤ ਦਰਬਾਰ। ਔਰ ਇਸ ਤਰ੍ਹਾਂ ਨਗਰੀ ਵਸ ਗਈ ਤੇ ਲੋਕ ਕਾਰ ਭੇਟਾ ਲੈ ਕੇ ਸਤਿਗੁਰਾਂ ਦੇ ਦਰਬਾਰ 'ਚ ਆਉਣ ਲੱਗੇ ਜੀ। ਧਨ ਅਨਾਮ ਕੋ ਪਾਵਨ ਕਰੈ ਆਛੀ ਕਰਨ ਚਾਤੁਰੀ ਕਰੈ। ਔਰ ਬਹੁਤ ਸਾਰਾ ਇਨਾਮ ਸਤਿਗੁਰ ਵੀ ਦੇਣਾ ਕਰਦੇ ਹਨ ਗੁਣੀ ਲੋਕਾਂ ਨੂੰ। ਭਾਵ ਜਿਵੇਂ ਕਵੀਆਂ ਨੂੰ ਦਿੰਦੇ ਸਨ ਪਾਤਸ਼ਾਹ ਜੀ ਬਹੁਤ ਮਾਇਆ। ਕਾਰੀਗਰ ਸੋ ਪ੍ਰਭੂ ਚਾਰਾ ਰੁਚਿਰ ਦੁਕਾਨ ਬਣਾਈ ਬਜ਼ਾਰਾ। ਕਾਰੀਗਰ ਨੂੰ ਕਿਹਾ ਕਿ ਇੱਥੇ ਸੁੰਦਰ ਦੁਕਾਨਾਂ ਲੋਕਾਂ ਦੇ ਲਈ ਬਣਾਉਣੀਆਂ ਕਰੋ ਜੀ। ਚਾਰ ਪ੍ਰਤੋਲੀ ਰਚੀਏ ਜਿਤ ਕਿਤ ਵਸੇ ਸੁਖੀ ਨਰ ਗਨ ਧਰ ਹਿਤ ਚਿਤ। ਔਰ ਚਾਰ ਪ੍ਰਤੋਲੀ ਭਾਵ ਚੌਕ ਬਣਾ ਕਰਕੇ ਚਾਰੇ ਪਾਸੇ ਗਲੀਆਂ ਕੱਢ ਕੇ ਜਿਹੜਾ ਹੈ ਬਾਜ਼ਾਰ ਰਚਨਾ ਕਰੋ ਜੀ। ਸੁਣ ਕੇ ਹੁਕਮ ਰਚਿਓ ਸਭ ਸੁੰਦਰ ਜੈ ਕੇ ਰੁਚਿਰ ਪੌਰ ਕੇ ਮੰਦਰ। ਇਸ ਤਰ੍ਹਾਂ ਕਾਰੀਗਰਾਂ ਨੇ ਹੋਰ ਵੀ ਦੁਆਰਾ ਜਿਹੜੇ ਲੋਕ ਆਏ ਇੱਥੇ ਵਸਣ ਵਾਸਤੇ ਉਹਨਾਂ ਨੇ ਘਰ ਦੁਕਾਨਾਂ ਬਾਜ਼ਾਰ ਆਦਿ ਬਣਾਉਣੇ ਸ਼ੁਰੂ ਕੀਤੇ ਜੀ। ਜਨ ਵਿਸ਼ਕਰਮਾਨ ਬਣਾਏ ਪੰਕਤ ਸਦਨ ਬਾਜ਼ਾਰ ਸੁਹਾਏ। ਕਿਉਂ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਜੀ ਦੇ ਹੁਕਮ ਮੁਤਾਬਕ ਇਹ ਸੁੰਦਰ ਨਗਰੀ ਹੋਰ ਵੀ ਸੁੰਦਰ ਵਸਣ ਲੱਗੇ। ਸੁੰਦਰ ਕਰੇ ਕਰੇ ਕਿਸਾਰੇ ਵਿਚਰਤ ਹਰਕਤ ਚਿਤ ਨਰ ਨਾਰੀ। ਔਰ ਸਾਰੀਆਂ ਗਲੀਆਂ ਬੜੀਆਂ ਇਕਸਾਰ ਬਣਾਉਣੀਆਂ ਕੀਤੀਆਂ ਔਰ ਲੋਕ ਬੜੇ ਖੁਸ਼ ਹਨ। 14 ਮੇ ਅਪਬਨ ਲਗਵਾਏ ਤੁਰਬਰ ਸਰਬ ਜਾਤ ਕੇ ਲਾਏ। ਔਰ ਫਿਰ ਬਾਗ ਲਗਾਉਣੇ ਕੀਤੇ ਸਤਿਗੁਰਾਂ ਨੇ ਉਹਨਾਂ ਸਮਿਆਂ ਦੇ ਵਿੱਚ
ਤਰ੍ਹਾਂ ਤਰ੍ਹਾਂ ਦੇ ਫਲਾਂ ਵਾਲੇ। ਨਾਨਾ ਬਰਨ ਲਗੀ ਫੁਲਵਾਰੀ ਵਿਕਸਤ ਪ੍ਰਥਕ ਪ੍ਰਥਕ ਰਚ ਕਿਆਰੀ। ਫੁਲਵਾੜੀਆਂ ਲਵਾਉਣੀਆਂ ਕੀਤੀਆਂ, ਫੁੱਲਾਂ ਦੇ ਪੌਦੇ ਲਵਾਉਣੇ ਕੀਤੇ ਜੀ। ਬੀਚ ਸਥੰਡਲ ਕਰੇ ਚੁਕਾਉਣਾ ਨਿਕਟ ਨਿਕਟ ਤੁਰਵਰ ਬੜ ਜਾਉਣਾ। ਸੈਂਟਰ ਦੇ ਵਿੱਚ ਬਾਗਾਂ ਦੇ ਸਤਿਗੁਰਾਂ ਦੇ ਬੈਠਣ ਲਈ ਥੜੇ ਆਦਿ ਬਣਵਾਉਣੇ ਕੀਤੇ ਔਰ ਵੱਡੇ ਵੱਡੇ ਦਰਖਤ ਫਲਾਂ ਵਾਲੇ ਤੇ ਫੁੱਲਾਂ ਵਾਲੇ ਲਾਉਣੇ ਕੀਤੇ ਜੀ। ਆੜੂ ਦਾੜਮ ਕਦਲੀ ਖਰੇ ਸਿਉਰ ਸਾਲ ਜੀ ਸਵਾਦਲ ਖਰੇ। ਆੜੂ ਅਨਾਰ ਕੇਲੇ ਆਦਿ ਸਿਓ ਰਸਦਾਇਕ ਇਹਨਾਂ ਦੇ ਦਰਖਤ ਲਵਾਏ ਹਨ। ਤੁਰਸ ਮਧੁਰ ਫਲ ਜਿਨ ਕੋ ਬ੍ਰਿੰਦ ਇਕ ਲਗ ਹੈ ਕੇ ਇਕ ਹੋਤ ਬਿਲੰਦ। ਕੋਈ ਛੋਟੇ ਕੋਈ ਵੱਡੇ ਕੱਦ ਵਿੱਚ, ਕੋਈ ਮਿੱਠੇ ਫਲਾਂ ਵਾਲੇ ਕੋਈ ਖੱਟੇ ਫਲਾਂ ਵਾਲੇ। ਆਦ ਅੰਗੂਰ ਲਤਾ ਲਗਵਾਈ ਜੈ ਕੇ ਪੰਕਤ ਖਰੀ ਸੁਹਾਈ। ਅੰਗੂਰਾਂ ਦੀਆਂ ਵੀ ਬੇਲਾਂ ਲਵਾਉਣੀਆਂ ਕੀਤੀਆਂ ਹਨ। ਬੋਲਤ ਗਨ ਬਿਹੰਗ ਬਹੁ ਜਾਤੀ ਕੋਕਲ ਕੀਰ ਮੋਰ ਬਹੁ ਪਾਤੀ। ਔਰ ਬਾਗਾਂ ਦੇ ਵਿੱਚ ਪੰਛੀਆਂ ਨੇ ਵੀ ਚਹਿਚਹਾਉਣਾ ਕੀਤਾ। ਬਹੁਤ ਸਾਰੀਆਂ ਕੋਇਲਾਂ ਮੋਰ ਆਦਿ ਪੰਛੀ ਜਿਹੜੇ ਹਨ ਉਹਨਾਂ ਨੂੰ ਵੀ ਇਹ ਵਾਤਾਵਰਨ ਵਧੀਆ ਮਿਲ ਗਿਆ ਹੈ। ਬਾਰਾ ਪਤ ਚਕਵਨ ਕੀ ਨਾਦ ਜਿਨ ਕੀ ਸੁਨੇ ਹੋਏ ਅਹਲਾਦ। ਕਬੂਤਰ ਚਕਵੇ ਚਕਬੀਆਂ ਜਿਨ੍ਹਾਂ ਦੀਆਂ ਆਵਾਜ਼ਾਂ ਮਨ ਨੂੰ ਮੋਹਣ ਵਾਲੀਆਂ ਹਨ। ਥੋੜੇ ਦਿਵਸਨ ਰਚਨਾ ਕਹਾਣੀ ਪ੍ਰਭੂ ਕਿਰਪਾ ਤੇ ਸੁੰਦਰ ਬਣੀ। ਕਿਉਂ ਸਤਿਗੁਰਾਂ ਨੇ ਹੁਕਮ ਦੇ ਕੇ ਥੋੜੇ ਦਿਨਾਂ ਵਿੱਚ ਹੀ ਅਨੰਦਪੁਰ ਵਿੱਚ ਜਿਹੜੀ ਕੋਈ ਘਾਟ ਸੀ ਉਹ ਪੂਰੀ ਕੀਤੀ ਹੈ। ਪਹੁੰਚ ਕਵੀ ਗੁਰ ਡਿਗ ਪੁਨਿਆਏ ਕਰੇ ਕਬਤਨ ਅਦ ਕਰੀ ਜਾਏ। ਔਰ ਕਵੀ ਵੀ ਸਤਿਗੁਰਾਂ ਦੇ ਕੋਲ ਅਨੰਦਪੁਰ ਸਾਹਿਬ ਚ ਆ ਕੇ ਕਵਿਤਾਵਾਂ ਸੁਣਾਉਣ ਲੱਗੇ ਜੀ। ਮੌਜ ਦਰਬ ਕੀ ਪਾਈ ਬਡੇਰੀ ਕੀਰਤ ਜੈ ਕੇ ਬਿਤਰ ਕਨੇਰੀ। ਇਸ ਤਰ੍ਹਾਂ ਗੁਰੂ ਪਿਆਰਿਓ ਇਥੋਂ ਮੌਜ ਦਰਬ ਕੀ ਭਾਵ ਮਾਇਆ ਸਤਿਗੁਰੂ ਵੰਡਦੇ ਸਨ। ਬੇਅੰਤ ਮਾਇਆ ਆਉਣੀ ਸੀ, ਇਸ ਕਰਕੇ ਜਿਹੜਾ ਮਾਇਆ ਦਿੰਦਾ ਹੈ ਉਹਦੀ ਸਿਫਤ ਫਿਰ ਹੋਣੀ ਆ। ਤੇ ਸਤਿਗੁਰੂ ਖੁੱਲੀ ਮਾਇਆ ਵਰਤਾਉਂਦੇ ਆ ਤੇ ਸਤਿਗੁਰਾਂ ਦੀਆਂ ਸਿਫਤਾਂ ਦੂਰ ਦੂਰ ਤੱਕ ਹੋਣ ਲੱਗੀਆਂ। ਜੇ ਜੇ ਬਸੇ ਆਨੰਦਪੁਰ ਆਏ ਸਰਬ ਭਾਂਤ ਤੇ ਸੁਖ ਬਹੁ ਪਾਏ। ਇਸ ਤਰ੍ਹਾਂ ਜਿਨ੍ਹਾਂ ਨੇ ਆਨੰਦਪੁਰ ਆ ਕੇ ਵਸਣਾ ਕੀਤਾ ਉਹਨਾਂ ਨੂੰ ਸਾਰੇ ਸੁੱਖ ਸਹੂਲਤਾਂ ਸਤਿਗੁਰਾਂ ਨੇ ਦੇਣੀਆਂ ਕੀਤੀਆਂ ਜੀ। ਪੰਜ ਖਾਲਸਾ ਉਤਰਿਓ ਰਹੇ ਸੇਵੇ ਗੁਰੂ ਸੋ ਰਸ ਕੋ ਰਹੇ। ਔਰ ਇੱਥੇ ਪੁੰਜ ਖਾਲਸਾ ਭਾਵ ਸਿੰਘਾਂ ਦੇ ਦਲ ਉਤਰਦੇ ਹਨ ਔਰ ਸਤਿਗੁਰੂ ਦਾ ਨਾਮ ਜਪਦੇ ਹਨ, ਗੁਰੂ ਦੀਆਂ ਖੁਸ਼ੀਆਂ ਲੈਂਦੇ ਹਨ। ਗੁਰਮਤਿ ਧਰ ਧਰ ਹੋਏ ਉਰ ਗਿਆਨੀ ਰਾਖੀ ਰਹਿਤ ਪਠੇ ਗੁਰਬਾਨੀ। ਔਰ ਸਤਿਗੁਰੂ ਉਹਨਾਂ ਤੇ ਕਿਰਪਾ ਕਰਕੇ ਗੁਰਮਤਿ ਦਾ ਗਿਆਨ ਬਖਸ਼ਦੇ ਹਨ ਔਰ ਉਹ ਗੁਰਬਾਣੀ ਪੜ੍ਹਦੇ ਹਨ। ਬਾਹੁਲਾਨ ਪੁੰਜ ਸਿੱਖ ਲੇਵੈ ਰੀਤ ਜਗਤ ਦੁਰਮਤ ਤਜ ਦੇਵੈ। ਔਰ ਸਤਿਗੁਰਾਂ ਦੇ ਕੋਲੋਂ ਪਾਹੁਲ ਅਮਰ ਦੀ ਦਾਤ ਲੈ ਕੇ ਜਿਹੜਾ ਪਹਿਲਾ ਸੰਸਾਰੀ ਜੀਵਨ ਸੀਗਾ ਮਨਮੁਖਾਂ ਵਾਲਾ ਮਨਮਤ ਵਾਲਾ ਉਹ ਛੱਡ ਕੇ ਗੁਰਮਤਿ ਅਨੁਸਾਰ ਜੀਵਨ ਜਿਉਣ ਲੱਗੇ ਜੀ। ਲਗੇ ਦੀਵਾਨ ਬਿਰਾਜੇ ਬੀਜ ਦਰਸੇ ਆਨ ਊਚ ਅਰ ਨੀਚ। ਔਰ ਇਸ ਤਰ੍ਹਾਂ ਗੁਰੂ ਪਿਆਰਿਓ ਸਤਿਗੁਰ ਬਾਗਾਂ ਦੇ ਵਿੱਚ ਵੀ ਜਿੱਥੇ ਕਿਤੇ ਸੁੰਦਰ ਦਰਖਤ ਆ ਉਹਨਾਂ ਥੱਲੇ ਵੀ ਕਦੇ ਦੀਵਾਨ ਲਾ ਲੈਂਦੇ ਆ। ਜਿੱਥੇ ਵੀ ਦੀਵਾਨ ਲਾਉਂਦੇ ਆ ਉੱਥੇ ਸੰਗਤਾਂ ਆ ਜਾਂਦੀਆਂ। ਅਰਬੀ ਅਨਕ ਪੂਰਨ ਲਿਆਏ ਹੈ ਹਥਿਆਰ ਦਰਬ ਸਮੁਦਾਏ। ਔਰ ਸਿੱਖ ਸੰਗਤਾਂ ਨੂੰ ਪਤਾ ਹੈ ਕਿ ਸਤਿਗੁਰਾਂ ਨੂੰ ਸ਼ਸਤਰਾਂ ਤੇ ਘੋੜਿਆਂ ਦੀ ਬੜੀ ਲੋੜ ਹੈ ਤੇ ਜਿਹੜਾ ਦਸਮਨ ਸੌਂਦ ਇਕੱਠਾ ਕਰਦੇ ਆ ਉਹਦੇ ਨਾਲ ਸ਼ਸਤਰ ਤੇ ਘੋੜੇ ਲਿਆ ਕੇ ਭੇਟ ਕਰਦੇ ਹਨ। ਵਸਤਰ ਵਿਭੂਖਨ ਬਹੁਮਲ ਕੇਰੇ ਦੇਸ਼ ਵਿਦੇਸ਼ਨ ਕੇ ਨਰ ਹੇਰੇ। ਔਰ ਤਰ੍ਹਾਂ ਤਰ੍ਹਾਂ ਦੇ ਵਸਤਰ ਤਰ੍ਹਾਂ ਤਰ੍ਹਾਂ ਦੀਆਂ ਆਪੋ ਆਪਣੇ ਇਲਾਕਿਆਂ ਦੀਆਂ ਕੀਮਤੀ ਵਸਤੂਆਂ ਲਿਆ ਕੇ ਭੇਟ ਕਰਦੇ ਹਨ ਸਤਿਗੁਰਾਂ ਨੂੰ। ਆਨ ਆਨੰਦਪੁਰ ਕਰ ਬਿਸਰਾਮੋ ਬਿਰਮਾਵੇ ਹਿਰਤ ਅਬਿਰਾਮੋ। ਆਨੰਦਪੁਰ ਸਾਹਿਬ ਦੇ ਵਿੱਚ ਆ ਕੇ ਵਿਸ਼ਰਾਮ ਕਰਦੇ ਹਨ ਔਰ ਆਨੰਦ ਮਾਣਦੇ ਹਨ ਦੋਹਰਾ। ਸਗਲ ਸੈਲ ਪਤ ਥਿਰ ਰਹੇ ਨਿਜ ਰਜਤਾਨੀ ਜਾਏ। ਹੁਣ ਜਿਹੜੇ ਪਹਾੜੀ ਰਾਜੇ ਸਨ ਇਹਨਾਂ ਦਾ ਹੰਕਾਰ ਖਤਮ ਹੋ ਗਿਆ। ਇਹਨਾਂ ਨੇ ਹਰ ਤਰ੍ਹਾਂ ਨਾਲ ਜ਼ੋਰ ਲਾ ਕੇ ਦੇਖ ਲਿਆ ਗੁਰੂ ਸਾਹਿਬ ਨੂੰ ਜਿੱਤਣ ਦਾ। ਇੱਥੋਂ ਤੱਕ ਕਿ ਤੁਰਕਾਂ ਦੀ ਫੌਜ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਮੰਗਵਾ ਕੇ ਦੇਖ ਲਈ, ਉਹ ਵੀ ਸਤਿਗੁਰਾਂ ਦਾ ਕੁਝ ਵਿਗਾੜ ਨਹੀਂ ਸਕੇ। ਹੁਣ ਇਹਨਾਂ ਦਾ ਹੰਕਾਰ ਦਾ ਜਿਹੜਾ ਸੀਨਾ ਦਿਮਾਗ ਦੇ ਵਿੱਚ ਫਤੂਰ ਬੜਿਆ ਉਹ ਨਿਕਲ ਗਿਆ ਹੈ
ਹੁਣ ਚੁੱਪ ਕਰਕੇ ਆਪਣੀਆਂ ਰਾਜਧਾਨੀਆਂ ਵਿੱਚ ਬੈਠਦੇ ਹਨ। आन बान सतगुरु के और हंकार बुलाए। ਹੁਣ ਗੁਰੂ ਪਿਆਰੋ ਇਹਨਾਂ ਦਾ ਹੀਆ ਨਹੀਂ ਪੈਂਦਾ ਕਿ ਗੁਰੂ ਸਾਹਿਬ ਨਾਲ ਲੜਾਈ ਕਰਨ ਵਾਸਤੇ ਆ ਜਾਣ। ਗੁਰੂ ਦੀ ਆਣ ਮੰਨ ਕੇ ਆਪਣਾ ਹੰਕਾਰ ਛੱਡ ਦਿੱਤਾ ਹੈ ਜੀ। जहाँ कहाँ होए दूषण तेरे भीम चंद नर पठवन करे। ਔਰ ਹੁਣ ਚੁੱਪ ਕਰਕੇ ਵਿਚਰਦੇ ਹਨ। ਗੁਰੂ ਸਾਹਿਬ ਨੂੰ ਜਿਹੜਾ ਹੈ ਮਿਲਣਾ ਵੀ ਚਾਹੁੰਦੇ ਆ ਭੀਮ ਚੰਦ ਵਰਗੇ, ਮਨ ਵਿੱਚ ਇੱਛਾ ਰੱਖਦੇ ਆ ਵੀ ਮਾਫੀ ਮੰਗ ਲਈਏ। ਸਤਿਗੁਰਾਂ ਦੇ ਕੋਲੋਂ ਭੀਮ ਚੰਦ ਵਰਗਿਆਂ ਨੇ ਕਈ ਵਾਰੀ ਮਾਫੀ ਮੰਗੀ ਹੈ ਤੇ ਕਈ ਵਾਰੀ ਲੜਾਈ ਕੀਤੀ ਹੈ। ਜਦੋਂ ਇਹ ਭੰਗਾਣੀ ਦਾ ਜੰਗ ਕਰਕੇ ਹਟੇ ਸੀ ਉਦੋਂ ਵੀ ਹਾਰ ਗਏ ਸੀਗੇ, ਫਿਰ ਆ ਕੇ ਇਹਨੇ ਮਾਫੀ ਮੰਗ ਲਈ ਸੀਗੀ। ਫਿਰ ਗੁਰੂ ਪਿਆਰਿਓ ਇਸ ਨੇ ਕਿਸੇ ਕਾਰਨ ਲੜਾਈ ਕਰ ਲਈ ਸੀ। ਹੁਣ ਫਿਰ ਇਹ ਸਲਾਹ ਕਰਦਾ ਹੈ ਕਿ ਆਪਾਂ ਯਾਰ ਗੁਰੂ ਸਾਹਿਬ ਨਾਲ ਰਲ ਜਾਈਏ, ਪਰ ਇਹ ਐਸੇ ਹੰਕਾਰੀ ਆ, ਰਲਦੇ ਨਹੀਂ ਹੈਗੇ। ਇਹ ਬਸ ਉਹ ਗੱਲ ਹੈ, ਇੱਕ ਬਟੇਰਾ ਹੁੰਦਾ ਹੈ, ਜਦੋਂ ਕਣਕਾਂ ਹਰੀਆਂ ਹੁੰਦੀਆਂ ਉਹ ਹਰੇ ਰੰਗ ਦਾ ਦਿਖਾਈ ਦਿੰਦਾ ਤੇ ਜਦੋਂ ਸੁਨਹਿਰੀ ਹੋ ਜਾਂਦੀਆਂ ਉਹ ਸੁਨਹਿਰੀ ਦਿਸਣ ਲੱਗ ਜਾਂਦਾ। ਇਹ ਬਟੇਰੇ ਵਾਂਗੂ ਰੰਗ ਬਦਲਦੇ ਆ ਭੀਮ ਚੰਦ ਵਰਗੇ ਪਹਾੜੀਏ। ਹੁਣ ਇਹ ਦੇਖਿਆ ਕਿ ਅਸੀਂ ਲੜ ਕੇ ਤਾਂ ਸਤਿਗੁਰ ਨੂੰ ਹਰਾ ਨਹੀਂ ਸਕੇ, ਚਲੋ ਚੱਲ ਕੇ ਮਾਫੀ ਮੰਗ ਕੇ ਨਾ ਰਲੀਏ। प्रभ जी बोलियो मैं बकसीजै निज बकसिंद बिरद लख लीजै। और ਇਸ ਨੇ ਆਪਣਾ ਵਜ਼ੀਰ ਭੇਜਿਆ ਕਿ ਪਾਤਸ਼ਾਹ ਮਾਫ ਕਰ ਦਿਓ, ਮੈਥੋਂ ਗਲਤੀ ਹੋ ਗਈ ਜੀ। हमने अपनो सगल बिगाड़ा प्यो विरोध निता प्रतपारा। ਮਹਾਰਾਜ ਤੁਹਾਡੇ ਨਾਲ ਸਾਡੀ ਬੜੀ ਦੁਸ਼ਮਣੀ ਵੱਧ ਗਈ ਹੈ, ਵਿਰੋਧ ਵੱਧ ਗਿਆ। ਇਸ ਵਿਰੋਧ ਦੇ ਕਾਰਨ ਸਾਡਾ ਹੀ ਨੁਕਸਾਨ ਹੋਇਆ ਬਹੁਤ ਜ਼ਿਆਦੇ। अब मैं शरण पर्यो बलहारी गौरव महिमा जान तिहारी। ਹੁਣ ਤੁਹਾਡੀ ਮਹਿਮਾ ਦਾ, ਤੁਹਾਡੀ ਸ਼ਕਤੀ ਦਾ, ਤੁਹਾਡੇ ਜ਼ੋਰ ਦਾ, ਤੁਹਾਡੀ ਪਾਵਰ ਦਾ ਪਤਾ ਲੱਗ ਗਿਆ। ਮਹਾਰਾਜ ਮੈਂ ਹਾਰ ਗਿਆ ਹਾਂ, ਮੈਨੂੰ ਮਾਫ ਕਰ ਦਿਓ। गणराज उपदेश तमोहि जिस ते रावर सोरन होहि। ਹੈ ਬੰਦਾ ਇਹ ਚਲਾਕੀ ਕਰਨ ਵਾਲਾ ਭੀਮ ਚੰਦ ਜਿਹੜਾ ਪਹਾੜੀ ਆ, ਇਹ ਹੈ ਚਲਾਕੀ ਕਰਨ ਵਾਲਾ। ਬਾਰ-ਬਾਰ ਸਾਨੂੰ ਚਲਾਕੀ ਕਰਦਾ, ਭਾਵੇਂ ਸਤਿਗੁਰ ਸਭ ਸਮਝਦੇ ਨੇ, ਅਣਜਾਣ ਨਹੀਂ ਹੈ, ਪਰ ਸਤਿਗੁਰ ਆਪਣਾ ਇੱਕ ਸੁਭਾਅ ਵਰਤਦੇ ਹੈ। ਜਦੋਂ ਕੋਈ ਸ਼ਰਨ ਵਿੱਚ ਆਉਂਦਾ ਤੇ ਪਿਆਰ ਦਿੰਦੇ ਆ, ਤੇ ਚੜ ਕੇ ਆਉਂਦਾ ਹੈ ਤੇ ਫਿਰ ਝਾੜ ਦਿੰਦੇ ਆ। ਕੋ ਸਤਿਨਾਮ। ਇਸ ਕਰਕੇ ਹੁਣ ਇਹ ਸਲਾਹਾਂ ਕਰਦਾ ਹੈ ਕਿ ਸ਼ਾਇਦ ਮੈਂ ਮਾਫੀ ਮੰਗ ਕੇ ਨੇੜੇ ਜਾਵਾਂ। ਹੁਣ ਇਹ ਕੋਸ਼ਿਸ਼ ਕਰਦਾ ਹੈ ਤੇ ਆਪਣੇ ਬੰਦਿਆਂ ਨੂੰ ਭੇਜਣਾ ਕਰਦਾ ਹੈ ਕਿ ਮੈਂ ਤੁਹਾਡੀ ਮਹਿਮਾ ਨੂੰ ਹੁਣ ਸਮਝਿਆ। ਪ੍ਰੀਤਮ ਦਾ ਬਚਨ ਹੈ ਬਾਣੀ ਚੋਂ, ਪੁੱਤੀ ਗੰਢ ਪਵੇ ਸੰਸਾਰ। ਜੇ ਧੀ ਪੁੱਤਰ ਹੋ ਜਾਵੇ ਤੇ ਸੰਸਾਰ ਨਾਲ ਸੰਬੰਧ ਬਣ ਜਾਂਦਾ, ਅਗਲੀ ਕੁਲ ਚੱਲ ਪੈਂਦੀ ਆ। ਇਸੇ ਤਰ੍ਹਾਂ ਮੂਰਖ ਗੰਢ ਪਵੇ ਮੋਹੇ ਮਾਰ, ਤੇ ਮੂਰਖ ਉਦੋਂ ਸਮਝੋ ਜਦੋਂ ਮੂੰਹ ਤੇ ਪੈਂਦੀ ਆ, ਉਦਾਂ ਉਹ ਆਪਣੀ ਮੂਰਖਤਾ ਨਹੀਂ ਛੱਡਦਾ। ਕੋ ਸਤਿਨਾਮ। ਗੁਰਬਾਣੀ ਦੇ ਬਚਨ ਆ। ਖੈਰ ਕਹਿਣਾ ਜੀ ਤੁਹਾਡੀ ਮਹਾਨਤਾ ਦਾ ਪਤਾ ਹੁਣ ਲੱਗਿਆ, ਮੈਨੂੰ ਮਾਫ ਕਰ ਦਿਓ ਜੀ। गणराज उपदेश तमोहि जिस ते रावर सोरन होहि। ਮਹਾਰਾਜ ਮੈਨੂੰ ਤਾਂ ਰਾਜੇ ਹੀ ਭੜਕਾ ਭੜਾਕਾ ਕੇ ਤੁਹਾਡੇ ਨਾਲ ਲੜਾਉਂਦੇ ਰਹੇ। कहे अपर के बिगड़त रहो अब मैं शरण महात्म लयो। ਮਹਾਰਾਜ ਮੈਂ ਦੂਜਿਆਂ ਦੇ ਕਰਕੇ ਤੁਹਾਡੇ ਨਾਲ ਉਹਨਾਂ ਦੇ ਪਿੱਛੇ ਲਾ ਕੇ ਲੜਦਾ ਰਿਹਾ, ਹੁਣ ਮੈਂ ਤੁਹਾਡੀ ਸ਼ਰਨ ਚਾਹੁੰਦਾ ਹਾਂ। इतिहास को लिख बिन बडेरे गुरडिग पठी छिमो मत मेरे। ਔਰ ਚਿੱਠੀ ਲਿਖ ਕੇ ਰਾਜਾ ਵਜ਼ੀਰਾਂ ਦੇ ਰਾਹੀਂ ਭੇਜਦਾ ਹੈ ਕਿ ਮੈਨੂੰ ਮੂਰਖ ਨੂੰ ਮਾਫ ਕਰ ਦਿਓ ਮਹਾਰਾਜ। तब सतगुर कागज पठवायो दया सिंह सुन बाक अलायो। ਔਰ ਸਤਿਗੁਰੂ ਭਾਈ ਦਇਆ ਸਿੰਘ ਨੂੰ ਕਹਿੰਦੇ ਸੁਣਾ ਤਾਂ ਕੀ ਲਿਖਿਆ ਹੈ। अब तो पियो निर्मता जगरबा कोई दरबार जस जग सरबा। ਮਹਾਰਾਜ ਲੱਗਦਾ ਹੁਣ ਢਹਿ ਗਿਆ ਹੈ, ਕਿਉਂਕਿ ਦੁਨੀਆ ਵਿੱਚ ਇਹਦੀ ਹੁਣ ਬਦਨਾਮੀ ਵੀ ਬੜੀ ਹੋ ਰਹੀ ਆ, ਔਰ ਨਾਲ ਹੀ ਇਹਦਾ ਨੁਕਸਾਨ ਵੀ ਬਹੁਤ ਹੋ ਗਿਆ। ਬਹੁਤ ਸਾਰੀ ਮਾਇਆ ਖਰਾਬ ਹੋ ਗਈ ਇਹਦੀ, ਬਹੁਤ ਸਾਰੀ ਫੌਜ ਮਰਵਾ ਲਈ ਹੈ, ਬਹੁਤ ਸਾਰੇ ਘੋੜੇ ਮਰਵਾ ਲਏ ਹੈ, ਔਰ ਦੁਨੀਆ ਵੀ ਇਸ ਨੂੰ ਲਾਹਨਤਾਂ ਪਾਉਂਦੀ ਹੈ। ਲੱਗਦਾ ਹੁਣ ਇਹਦਾ ਹੰਕਾਰ ਖਤਮ ਹੋਇਆ ਹੈ। शरण पर्यो चाहत होए हित में लख्यो महात्म मैं किछ चित में। ਇਹ ਚਿੱਠੀ ਵਿੱਚ ਲਿਖਦਾ ਮਹਾਰਾਜ ਕਿ ਮੈਂ ਤੁਹਾਡੇ ਮਹਾਤਮ ਨੂੰ ਹੁਣ ਸਮਝਿਆ, ਮੈਂ ਤੁਹਾਡੀ ਸ਼ਰਨ ਵਿੱਚ ਆਉਣਾ ਚਾਹੁੰਦਾ ਹਾਂ। उचित संत जे जानो ताही देहो मिलाए श्री प्रभु पग पाही। ਜੇ ਤੁਹਾਨੂੰ ਚੰਗਾ ਲੱਗਦਾ ਹੈ ਤਾਂ ਕਿਰਪਾ ਕਰਕੇ ਮੈਨੂੰ ਬੁਲਾ ਲਓ ਤੇ ਚਰਨੀ ਲਾ ਲਓ। भीम चंद जे मानी आला अपर जे गिरपत कीर्त कमान। ਹੁਣ ਭੀਮ ਚੰਦ ਹੀ ਵੱਡਾ ਹੰਕਾਰੀ ਸੀਗਾ। ਜੇ ਭੀਮ ਚੰਦ ਆਣ ਮੰਨੀ ਜਾਂਦਾ ਫਿਰ ਦੂਜੇ ਰਾਜਿਆਂ ਦਾ ਕੀ ਹੈ?
ਉਹ ਤਾਂ ਇਦੋਂ ਵੀ ਥੱਲੇ ਹੋਣਗੇ। बेमुख होए मार को खाए शरण करे उर मैं पछताए। ਦੂਜੇ ਰਾਜੇ ਵੀ ਪਛਤਾਉਂਦੇ ਹੋਣਗੇ। ਜੇ ਭੀਮ ਚੰਦ ਹੰਕਾਰੀ ਸਭ ਤੋਂ ਵੱਡਾ ਰਾਜਾ ਸੀ, ਸਾਰੇ 22 ਧਾਰ ਦੇ ਰਾਜੇ ਦੇ ਅੰਡਰ ਸਨ, ਇਹ ਵੱਡਾ ਸਾਰਿਆਂ ਦਾ ਇਹ ਹੰਕਾਰੀ ਅੱਜ ਹੰਕਾਰ ਛੱਡ ਕੇ ਜੇ ਝੁਕ ਰਿਹਾ ਤੇ ਦੂਜੇ ਰਾਜੇ ਵੀ ਇਦਾਂ ਹੀ ਹੋਣਗੇ। मेलो आप उचित है बाते जे अधीन एम बड़ो अराते। ਜੇ ਐਡਾ ਵੱਡਾ ਦੁਸ਼ਮਣ ਆਪਾਂ ਨੂੰ ਕਹਿੰਦਾ ਹੈ ਕਿ ਮਹਾਰਾਜ ਮੈਨੂੰ ਨਾਲ ਮਿਲਾ ਲਓ, ਹੁਣ ਦੇਖ ਲਓ ਤੁਸੀਂ। सुन कल के कर पाक बखाना प्रथम को कर्म तिनो ही ठाना। ਕਲਗੀਧਰ ਪਾਤਸ਼ਾਹ ਕਹਿੰਦੇ ਪਹਿਲਾਂ ਇਹਨਾਂ ਹੀ ਲੜਾਈ ਪਿੱਟੀ ਆ, ਆਪਾਂ ਤਾਂ ਲੜਾਈ ਕੀਤੀ ਨਹੀਂ ਇਹਨਾਂ ਨਾਲ। अब जे मिले नहीं अपमान तजे विरुद्ध गुरन को माने। ਪਰ ਜੇ ਗੁਰੂ ਨਾਨਕ ਦੇ ਘਰ ਨਾਲ ਸਹੀ ਵਰਤੂਗਾ ਤੇ ਕੋਈ ਗੱਲ ਨਹੀਂ, ਜੇ ਮਿਲਦਾ ਤੇ ਮਿਲ ਪਵੇ। हम होए तथा जथा सो होए मिले मिलावे अंतर खोए। ਜੇ ਉਹ ਚਾਹੁੰਦਾ ਮਿਲਣਾ ਤੇ ਫਿਰ ਅਸੀਂ ਵੀ ਉਹੋ ਜਿਹਾ ਵਰਤ ਲਾਂਗੇ। ਹਰਗੋਬਿੰਦ ਸਾਹਿਬ ਜੀ ਕੋਲ ਜਹਾਂਗੀਰ ਆਇਆ, ਇਹਦਾ ਪੁੱਤਰ ਸੀ ਸ਼ਾਹਜਹਾਂ, ਉਹਨੂੰ ਨਾਲ ਲਿਆਇਆ ਤੇ ਬਾਹ ਫੜ ਕੇ ਕਹਿਣ ਲੱਗਿਆ ਰਾਜਾ ਮਹਾਰਾਜ ਹਰਗੋਬਿੰਦ ਸਾਹਿਬ ਜੀ ਨੂੰ, ਕਹਿੰਦਾ ਜੀ ਮੇਰੇ ਪੁੱਤਰ ਦੀ ਬਾਹ ਵੀ ਫੜ ਲਓ, ਇਸ ਨੂੰ ਵੀ ਆਪਣੇ ਚਰਨੀ ਲਾ ਲਓ, ਜਿਵੇਂ ਮੇਰੇ ਨਾਲ ਵਰਤਿਓ ਉਵੇਂ ਮੇਰੇ ਪੁੱਤਰ ਨਾਲ ਵਰਤ ਲਿਓ। ਤੇ ਹਰਗੋਬਿੰਦ ਸਾਹਿਬ ਜੀ ਦਾ ਸੱਚਾ ਜਵਾਬ ਸੀਗਾ, ਰਾਜਾ ਸਾਹਿਬ ਜਿਵੇਂ ਤੂੰ ਸਾਡੇ ਨਾਲ ਨਿਭਾਈ ਅਸੀਂ ਤੇਰੇ ਨਾਲ ਨਿਭਾ ਲਈ ਹੈ, ਤੇ ਜਿਵੇਂ ਤੇਰਾ ਪੁੱਤਰ ਨਿਭਾਵੇਗਾ ਅਸੀਂ ਉਵੇਂ ਨਿਭਾ ਲਵਾਂਗੇ। ਪਰ ਜਹਾਂਗੀਰ ਨੇ ਕੋਈ ਲੜਾਈ ਨਹੀਂ ਕੀਤੀ, ਸ਼ਾਹਜਹਾਂ ਨੇ 4 ਲੜਾਈਆਂ ਕੀਤੀਆਂ ਤੇ 6ਵੇਂ ਪਾਤਸ਼ਾਹ ਜੀ ਨੇ 4 ਹੀ ਜੰਗਾਂ ਵਿੱਚ ਸ਼ਾਹਜਹਾਂ ਨੂੰ ਸ਼ਿਕست ਦਿੱਤੀ, ਹਰਾਉਣਾ ਕੀਤਾ। ਹੁਣ ਪਾਤਸ਼ਾਹ ਇਸ ਨੂੰ ਵਾਪਸ ਚਿੱਠੀ ਭੇਜਦੇ ਹਨ ਲਿਖਵਾ ਕੇ। इस बस है वकीलर बेचाहा तिम ही मिले मिल रन महा। ਜਿਵੇਂ ਇਹ ਗੁੱਸੇ ਚ ਆ ਕੇ ਲੜਨ ਆ ਗਿਆ ਤੇ ਆਪਾਂ ਲੜਾਈ ਕਰ ਲਈ, ਜੇ ਹੁਣ ਢਹਿ ਕੇ ਮਿਲਣਾ ਚਾਹੁੰਦਾ ਹੈ ਤੇ ਫਿਰ ਮਿਲ ਪਵੇ। देव हुक्मनामा लिखवाए मृदल बात हित के जिस पाए। ਜਿਵੇਂ ਉਹਨੇ ਨਿਮਰਤਾ ਭਰੀ ਚਿੱਠੀ ਲਿਖੀ ਸੀ, ਪਾਤਸ਼ਾਹ ਨੇ ਲਿਖ ਦਿੱਤੀ ਆ ਤੇ ਦੇ ਦਿੱਤੀ ਹੈ। दूत क्यों लेकर डिग जावे खोल पठाए जान हित सब ਤੇ है। ਸਤਿਗੁਰਾਂ ਦੀ ਚਿੱਠੀ ਉਹਦਾ ਦੂਤ ਵਾਪਸ ਭੀਮ ਚੰਦ ਕੋਲੇ ਲੈ ਗਿਆ। ਹੁਣ ਭੀਮ ਚੰਦ ਉਹ ਚਿੱਠੀ ਨੂੰ ਪੜ੍ਹ ਕੇ ਕੀ ਜਵਾਬ ਦਿੰਦਾ ਹੈ, ਇਹ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश हे पूरन हे सर्वमय दुख पंचन गुण दास। हे संगी हे निरंकार हे निर्गुण सब टेक। हे गोविंद हे गुण निधान जाके सदा विवेक। हे अपरंपर हर हरे हो बनहार। हे संत कै सदा संग विकार आधार। हे ठाकुर हो दास रो मैं निर्गुण गुण नहीं कोई। नानक दीजै नाम दान राखो ये परोए। आए प्रभ शरणागति कृपा नित दयाल। एक अखर हर मन बसत नानक होत निहाल। एक ओंकार सतगुर तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। वाहिगुरु